ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਅਤੇ ਸ਼ੁਕਰ ਕਰਦੇ ਹਾਂ ਜਿਸ ਖੁਦਾਵੰਦ ਖੁਦਾ ਨੇ ਆਪਣੇ ਲੋਕਾਂ ਨੂੰ ਇਸ ਸੁੰਦਰ ਸਮੇਂ ਦਿੱਤਾ। ਇੱਕ ਵਾਰ ਫਿਰ ਤੋਂ ਅਸੀਂ ਪ੍ਰਭੂ ਦੀ ਮਹਿਮਾ ਕਰਨੇ ਪਾਈਏ, ਪ੍ਰਭੂ ਦੀ ਆਰਾਧਨਾ ਕਰਨੇ ਪਾਈਏ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਨੂੰ ਬੀਤਾ ਹਫਤਾ ਸੰਭਾਲ ਕੇ ਰੱਖਿਆ। ਖੁਦਾਵੰਦ ਖੁਦਾ ਸਾਡੇ ਨਾਲ ਵਫਾਦਾਰ ਰਿਹਾ ਅਤੇ ਅੱਜ ਉਹ ਆਪਣੀ ਪਾਕ ਅਤੇ ਪਵਿੱਤਰ ਹਜ਼ੂਰੀ ਵਿੱਚ ਲੈ ਕੇ ਇਸ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਚਾਹੇ ਠੰਡ ਦਾ ਸਮੇਂ ਹੈ ਪਰ ਪ੍ਰਭੂ ਦਾ ਧੰਨਵਾਦ ਹੈ ਕਿ ਅਸੀਂ ਫਿਰ ਵੀ ਅੱਜ ਪ੍ਰਭੂ ਦੀ ਮਹਿਮਾ ਅਤੇ ਉਸ ਦੀ ਉਸਤਤ ਨੂੰ ਕਰ ਰਹੇ ਹਾਂ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਡੀ ਆਰਾਧਨਾ ਦੌਰਾਨ ਮਦਦ ਕੀਤਾ, ਪਾਕ ਜ਼ਬੂਰ ਨੂੰ ਸੁਣਿਆ। ਪ੍ਰਭੂ ਨੇ ਸੱਚਮੁੱਚ ਜ਼ਬੂਰ ਦੁਆਰਾ ਵੀ ਆਪਣੇ ਲੋਕਾਂ ਨਾਲ ਗੱਲਬਾਤ ਕੀਤਾ। ਤਾਂ ਇਹ ਸਮੇਂ ਹੈ ਅਸੀਂ ਥੋੜੀ ਦੇਰ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ। ਆइए मेरे नाल ਕੱਢੀਏ ਰਸੂਲਾਂ ਦੇ ਕਰਤੱਵ, ਪ੍ਰੇਰਿਤों के काम, उसका 5 अध्याय उसदी 1 ਤੋਂ ਲੈ ਕੇ 11 ਤੱਕ ਪੜ੍ਹ ਗਈ। ਤਾਂ ਹਨਾਨੀਆਂ ਨਾਮੇ ਇੱਕ ਮਨੁੱਖ ਨੇ ਆਪਣੀ ਤੀਵੀ ਸਫੀਰਾ ਨਾਲ ਰਲ ਕੇ ਮਿਲਖ ਵੇਚੀ ਅਤੇ ਉਹਦੇ ਮੁੱਲ ਵਿੱਚੋਂ ਕੁਝ ਰੱਖ ਛੱਡਿਆ ਜੋ ਉਹਦੀ ਤੀਵੀ ਵੀ ਜਾਣਦੀ ਸੀ, ਪਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਤਦ ਪਤਰਸ ਨੇ ਆਖਿਆ, ਹਨਾਨੀਆ, ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ। ਜਦ ਤੱਕ ਰੋ ਰਿਹਾ ਕਿ ਤੇਰਾ ਆਪਣਾ ਨਾ ਰਿਹਾ ਪਰ ਜਾਂ ਵਿਕ ਗਿਆ ਤਾਂ ਤੇਰੇ ਵਾਸ ਵਿੱਚ ਨਾ ਸੀ, ਤਾਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ? ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ। ਹਨਾਨੀ ਇਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਹਨੇ ਪ੍ਰਾਣ ਛੱਡ ਦਿੱਤੇ। ਅਤੇ ਜਿੰਨਾ ਸੁਣਿਆ ਉਹਨਾਂ ਸਭਨਾਂ ਨੂੰ ਵੱਡਾ ਡਰ ਲੱਗਾ ਅਤੇ ਜਵਾਨਾਂ ਨੇ ਉੱਠ ਕੇ ਉਹਨੂੰ ਕਫਨਾਇਆ ਔਰ ਬਾਹਰ ਲੈ ਜਾ ਕੇ ਦੱਬ ਦਿੱਤਾ। ਤਾਂ 3 ਘੰਟਿਆਂ ਦੇ ਪਿੱਛੋਂ ਉਹਦੀ ਤੀਵੀ ਇਹ ਵਿਥਿਆ ਨਾ ਜਾਣ ਕੇ ਅੰਦਰ ਆਈ। ਤਦ ਪਤਰਸ ਨੇ ਉਹਨੂੰ ਅੱਗੋਂ ਆਖਿਆ ਕਿ ਮੈਨੂੰ ਦੱਸ, ਤੁਸੀਂ ਉਹ ਖੇਤ ਐਨੇ ਨੂੰ ਹੀ ਵੇਚਿਆ? ਉਹ ਬੋਲੀ ਆ, ਉਹ ਐਨੇ ਨੂੰ ਹੀ। ਤਦ ਪਤਰਸ ਨੇ ਉਹਨੂੰ ਕਿਹਾ, ਕਿਉਂ ਤੁਸੀਂ ਪ੍ਰਭੂ ਦੇ ਆਤਮਾ ਦੇ ਪਰਤਾਉਣ ਲਈ ਇਹ ਕੀਤਾ? ਵੇਖ ਤੇਰੇ ਭਰਤਾ ਦੇ ਦੱਬਣ ਵਾਲਿਆਂ ਦੇ ਪੈਰ ਦਾਰੂ ਤੇ ਹਨ ਅਤੇ ਉਹ ਤੈਨੂੰ ਬਾਹਰ ਲੈ ਜਾਣਗੇ। ਉਸੇ ਵੇਲੇ ਉਸਦੇ ਪੈਰਾਂ ਕੋਲ ਡਿੱਗ ਪਈ ਅਤੇ ਪ੍ਰਾਣ ਛੱਡ ਦਿੱਤੇ। ਤਦ ਉਹਨਾਂ ਜਵਾਨਾਂ ਨੇ ਅੰਦਰ ਜਾ ਕੇ ਉਹਨੂੰ ਮੋਈ ਵੇਖਿਆ ਅਤੇ ਬਾਹਰ ਲੈ ਜਾ ਕੇ ਉਹਦੇ ਭਰਤਾ ਕੋਲ ਦੱਬ ਦਿੱਤਾ। ਤਾਂ ਸਾਰੀ ਕਲੀਸਿਆ ਅਤੇ ਜਿੰਨਾ ਇਹ ਗੱਲਾਂ ਸੁਣੀਆਂ ਉਹਨਾਂ ਸਭਨਾਂ ਨੂੰ ਵੱਡਾ ਡਰ ਲੱਗਾ। ਹਾਲੇਲੂਇਆ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਜੋ ਮੇਰਾ ਅੱਜ ਦਾ ਵਿਸ਼ੇ ਹੈ, ਜੋ ਅੱਜ ਦਾ ਟੌਪਿਕ ਹੈ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ, ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਆਤਮਿਕ ਅੰਧਾਪਨ, ਆਤਮਿਕ ਅੰਨਾਪਨ, ਸਪਿਰਚੁਅਲ ਬਲਾਈਂਡਨੈਸ। ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਕਿਸ ਰੀਤੀ ਦੇ ਨਾਲ ਅਸੀਂ ਆਪਣੀ ਆਤਮਿਕ ਅੰਧਾਪਨ ਹੈ ਜੋ ਸਾਡਾ ਆਤਮਿਕ ਅੱਖਾਂ ਉਸ ਨੂੰ ਕਿਸ ਰੀਤੀ ਦੇ ਨਾਲ ਕੀ ਖੋਲ ਸਕਦੇ ਹਾਂ, ਕਿਸ ਰੀਤੀ ਦੇ ਨਾਲ ਜਿਹੜਾ ਸਾਡਾ ਆਤਮਿਕ ਅੱਖਾਂ ਨੇ ਅੱਜ ਸਾਡੀਆਂ ਸ਼ੈਤਾਨ ਨੇ ਕੀ ਬੰਦ ਕਰ ਰੱਖੀਆਂ ਨੇ, ਜਿਨ੍ਹਾਂ ਵਜ੍ਹਾ ਦੇ ਕਾਰਨ ਅਸੀਂ ਬਿਮਾਰੀਆਂ ਦੇ ਵਿੱਚ ਫਸੇ ਹਾਂ, ਜਿਸ ਦੀ ਵਜ੍ਹਾ ਦੇ ਕਾਰਨ ਅਸੀਂ ਮੁਸੀਬਤਾਂ ਦੇ ਵਿੱਚ ਪਏ ਹਾਂ, ਕਿਉਂਕਿ ਸਾਡੀਆਂ ਆਤਮਿਕ ਅੱਖਾਂ ਬੰਦ ਨੇ, ਜਿਸ ਦੇ ਕਾਰਨ ਅਸੀਂ ਭਲੇ ਅਤੇ ਬੁਰੇ ਦੀ ਸਿਆਣ ਨਹੀਂ ਕਰ ਪਾਉਂਦੇ, ਜਿਸ ਦੇ ਨਾਲ ਸਾਨੂੰ ਕੁਝ ਪਤਾ ਨਹੀਂ ਲੱਗਦਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਅਸੀਂ ਪਹਿਚਾਨ ਨਹੀਂ ਕਰ ਪਾ ਰਹੇ, ਅੱਜ ਸਹੀ ਹੈ ਤੇ ਗਲਤ ਦੀ ਪਹਿਚਾਨ ਅੱਜ ਨਹੀਂ ਕਰ ਪਾ ਰਹੇ, ਜਿਸ ਦੇ ਕਾਰਨ ਮੇਰੇ ਅਜ਼ੀਜ਼ੋ ਅੱਜ ਬਹੁਤ ਸਾਰੇ ਲੋਕ ਸਾਡੇ ਵਿੱਚੋਂ ਬਿਮਾਰ ਨੇ, ਦੁਖੀ ਨੇ, ਪਰੇਸ਼ਾਨ ਨੇ, ਦਰ ਤੇ ਕੀ ਭਟਕ ਰਹੇ ਨੇ, ਇੱਧਰ ਜਾ ਰਹੇ ਨੇ, ਉੱਧਰ ਜਾ ਰਹੇ ਨੇ, ਇਧਰੋਂ ਉਧਰੋਂ ਇੱਧਰ, ਕਦੀ ਕਿਤੇ, ਪਰ ਕਿਤਿਓਂ ਵੀ ਆਰਾਮ ਨਹੀਂ ਪਾ ਰਹੇ, ਕਿਤਿਓਂ ਵੀ ਉਹਨਾਂ ਨੂੰ ਚੈਨ ਨਹੀਂ ਮਿਲ ਰਿਹਾ। ਕਿਉਂ ਨਹੀਂ ਮਿਲ ਰਿਹਾ? ਕਿਉਂਕਿ ਸਾਡੀਆਂ ਆਤਮਿਕ ਅੱਖਾਂ ਨੂੰ ਅੱਜ ਸ਼ੈਤਾਨ ਨੇ ਅੰਨ੍ਹਿਆ ਕੀ ਕਰ ਰੱਖਿਆ ਹੈ। ਅੱਜ ਸਾਡੀਆਂ ਆਤਮਿਕ ਅੱਖਾਂ ਅੰਨੀਆਂ ਹੋ ਚੁੱਕੀਆਂ ਨੇ। ਚਾਹੇ ਅਸੀਂ ਆਪਣੀ ਫਿਜ਼ੀਕਲ ਅੱਖਾਂ ਦੇ ਨਾਲ ਸਭ ਕੁਝ ਦੇਖ ਰਹੇ ਹਾਂ, ਚਾਹੇ ਅਸੀਂ ਅੱਜ ਆਪਣੀ ਫਿਜ਼ੀਕਲ ਅੱਖਾਂ ਦੇ ਨਾਲ ਜੋ ਸਾਨੂੰ ਦਿਖਦਾ ਹੈ ਉਸ ਨੂੰ ਅਸੀਂ ਚੰਗਾ ਸਮਝਦੇ ਹਾਂ, ਬੁਰਾ ਸਮਝਦੇ ਹਾਂ, ਚਾਹੇ ਅੱਜ ਅਸੀਂ ਆਪਣੀ ਫਿਜ਼ੀਕਲ ਅੱਖਾਂ ਨਾਲ ਸਭ ਕੁਝ ਭਲੇ ਅਤੇ ਬੁਰੇ ਦੀ ਸਿਆਣ ਕਰ ਰਹੇ ਹਾਂ ਮੇਰੇ ਅਜ਼ੀਜ਼ੋ, ਪਰ ਭਲੇ ਅਤੇ ਬੁਰੇ ਦੀ ਸਿਆਣੇ ਫਿਜ਼ੀਕਲ ਆਈਸ ਸਾਨੂੰ ਇੱਥੋਂ ਤੱਕ ਹੀ ਰੱਖ ਸਕਦੀਆਂ ਨੇ, ਇਹ ਸਾਡੇ ਦਾਇਰੇ ਵਿੱਚ ਹੀ ਸਾਨੂੰ ਸੀਮਤ ਕੀ ਰੱਖ ਸਕਦੀਆਂ ਨੇ। ਪਰ ਅਗਰ ਸਾਡੀਆਂ ਆਤਮਿਕ ਅੱਖਾਂ ਖੁੱਲੀਆਂ ਨਹੀਂ ਨੇ ਤਾਂ ਫਿਰ ਅਸੀਂ ਭਲੇ ਅਤੇ ਬੁਰੇ ਦੀ ਸਿਆਣ ਕਰ ਨਹੀਂ ਸਕਦੇ। ਕਿਉਂਕਿ ਜਦੋਂ ਆਦਿ ਦੇ ਵਿੱਚ ਅਸੀਂ ਪੜ੍ਹ ਕੇ ਦੇਖਦੇ ਹਾਂ, ਆਦਮ ਅਤੇ ਹਵਾ ਨੂੰ ਪਰਮੇਸ਼ਵਰ ਨੇ ਕਿਹਾ ਕਿ ਇਸ ਫਲ ਦੇ ਤੋਂ ਤੁਸੀਂ ਨਾ ਖਾਣਾ, ਪਰ ਸ਼ੈਤਾਨ ਨੇ ਉਹਨਾਂ ਨੂੰ ਕੀ ਪਰਮਾ ਦਿੱਤਾ।
शैतान ਉਹਨਾਂ ਦੇ ਮਨ ਦੇ ਵਿੱਚ ਸਮਾਇਆ, ਉਹਨਾਂ ਨੂੰ ਆ ਕੇ ਕਿਹਾ ਇਹ ਕੁਝ ਨਹੀਂ, ਇਸ ਪ੍ਰਕਾਰ ਦੇ ਨਾਲ ਕੋਈ ਗੱਲ ਨਹੀਂ, ਅਗਰ ਤੁਸੀਂ ਇਸ ਨੂੰ ਖਾਓਗੇ ਤਾਂ ਤੁਹਾਡੀਆਂ ਅੱਖਾਂ ਕੀ ਖੁੱਲ ਜਾਣਗੀਆਂ, ਤੁਸੀਂ ਭਲੇ ਅਤੇ ਬੁਰੇ ਦੀ ਸਿਆਣ ਦੋਨਾਂ ਦੀ ਕਰਨ ਲੱਗ ਪਵੋਗੇ। ਮੇਰੇ ਅਜ਼ੀਜ਼ੋ, ਉਹਨਾਂ ਨੇ ਪਰਮੇਸ਼ਵਰ ਦੇ ਵਚਨ ਦੀ ਅਨਾਗਿਆਕਾਰੀ ਨੂੰ ਕੀ ਕੀਤਾ? ਉਹਨਾਂ ਨੇ ਪ੍ਰਭੂ ਦੇ ਵਚਨ ਨੂੰ ਤੋੜ ਦਿੱਤਾ, ਉਸ ਦੇ ਹੁਕਮ ਨੂੰ ਤੋੜ ਦਿੱਤਾ, ਜਿਸ ਦੇ ਕਾਰਨ ਉਹ ਅਦਨ ਦੀ ਵਾਟਿਕਾ ਦੇ ਵਿੱਚੋਂ ਬਾਹਰ ਕੀ ਕੱਢ ਦਿੱਤੇ ਗਏ, ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਿਆ, ਜਿਸ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਕਲੇਸ਼ ਆ ਗਿਆ, ਪਾਪ ਆ ਗਿਆ, ਅਤੇ ਪਾਪ ਪੂਰੀ ਧਰਤੀ ਦੇ ਉੱਤੇ ਕੀ ਫੈਲ ਗਿਆ। ਕਿਉਂਕਿ ਪਹਿਲਾਂ ਪਰਮੇਸ਼ਵਰ ਨੇ ਉਹਨਾਂ ਨੂੰ ਆਤਮਿਕ ਅੱਖਾਂ ਕੀ ਖੁੱਲੀਆਂ ਹੋਈਆਂ ਸੀ, ਉਹ ਸਪਿਰਚੁਅਲ ਬਲਾਈਂਡ ਨਹੀਂ ਸੀ, ਉਹ ਆਤਮਿਕ ਅੰਨੇ ਨਹੀਂ ਸੀ, ਉਹ ਆਤਮਿਕ ਅੱਖਾਂ ਦੀਆਂ ਖੁੱਲੀਆਂ ਹੋਈਆਂ ਸੀ। ਚਾਹੇ ਉਹ ਦੋਨੋਂ ਰਹਿੰਦੇ ਸੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਪਾਪ ਨਹੀਂ ਸੀ, ਕੁਝ ਨਹੀਂ ਸੀ। ਸਵੇਰੇ ਸ਼ਾਮ ਪਰਮੇਸ਼ਵਰ ਉਹਨਾਂ ਦੇ ਨਾਲ ਸੰਗਤੀ ਕਰਨ ਦੇ ਲਈ ਆਂਦਾ ਸੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਸ ਦੇ ਕਾਰਨ ਪਾਪ ਨਹੀਂ ਸੀ। ਪਰ ਜਦ ਸ਼ੈਤਾਨ ਉਹਨਾਂ ਦੇ ਮਨ ਦੇ ਵਿੱਚ ਸਮਾ ਗਿਆ, ਜਦ ਅੰਧਕਾਰ ਦੀਆਂ ਤਾਕਤਾਂ ਉਹਨਾਂ ਦੇ ਮਨ ਦੇ ਵਿੱਚ ਸਮਾ ਗਈਆਂ, ਉਹਨਾਂ ਦੀਆਂ ਆਤਮਿਕ ਅੱਖਾਂ ਨੂੰ ਉਸਨੇ ਕੀ ਅੰਨ੍ਹਿਆ ਕੀ ਕਰ ਦਿੱਤਾ, ਜਿਸ ਦੇ ਕਾਰਨ ਪਾਪ, ਵਚਨ ਵਿੱਚ ਲਿਖਿਆ, ਪਾਪ ਪੂਰੀ ਧਰਤੀ ਦੇ ਉੱਤੇ ਕੀ ਫੈਲ ਗਿਆ, ਪਾਪ ਧਰਤੀ ਦੇ ਉੱਤੇ ਆ ਗਿਆ, ਮੌਤ ਧਰਤੀ ਦੇ ਉੱਤੇ ਕੀ ਆ ਗਈ। ਮੇਰੇ ਅਜ਼ੀਜ਼ੋ, ਅੱਜ ਵੀ ਉਸੇ ਪ੍ਰਕਾਰ ਦੇ ਨਾਲ ਅੱਜ ਸਾਡੀਆਂ ਵੀ ਆਤਮਿਕ ਅੱਖਾਂ ਨੂੰ ਸ਼ੈਤਾਨ ਨੇ ਅੰਨ੍ਹਿਆ ਕੀ ਕਰ ਰੱਖਿਆ ਹੈ। ਬੇਸ਼ੱਕ ਸਾਡੀਆਂ ਫਿਜ਼ੀਕਲ ਅੱਖਾਂ ਖੁੱਲੀਆਂ ਨੇ, ਬੇਸ਼ੱਕ ਅਸੀਂ ਆਪਣੀ ਫਿਜ਼ੀਕਲ ਆਈਜ਼ ਦੇ ਨਾਲ ਇਹ ਸਭ ਕੁਝ ਦੇਖ ਰਹੇ ਹਾਂ, ਪਰ ਸਾਡੀਆਂ ਆਤਮਿਕ ਅੱਖਾਂ ਅੱਜ ਵੀ ਕੀ ਬੰਦ ਨੇ, ਜਿਸ ਦੇ ਕਾਰਨ ਅੱਜ ਅਸੀਂ ਫਸੇ ਹਾਂ, ਜਿਸ ਦੇ ਕਾਰਨ ਅੱਜ ਸਾਡੀ ਜ਼ਿੰਦਗੀਆਂ ਦੇ ਵਿੱਚ ਸੁੱਖ ਨਹੀਂ ਹੈ, ਚੈਨ ਨਹੀਂ ਹੈ, ਸੰਕਟਾਂ ਦਾ ਸਾਹਮਣਾ ਕਰ ਰਹੇ ਹਾਂ, ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਾਂ, ਜਿਸ ਦੇ ਕਾਰਨ ਅੱਜ ਅਸੀਂ ਵੀ ਅੰਧਕਾਰ ਦੀਆਂ ਸ਼ਕਤੀਆਂ ਦੇ ਵਿੱਚ ਕੀ ਫਸੇ ਹੋਏ ਹਾਂ। ਅਤੇ ਇਹੀ ਚੀਜ਼ ਨੂੰ ਅਸੀਂ ਹੁਣੇ ਇਸ ਜਗ੍ਹਾ ਦੇ ਵਿੱਚ ਵੀ ਕੀ ਪੜਿਆ, ਰਸੂਲਾਂ ਦੇ ਕਰਤਬ ਉਸ ਦਾ 5 ਅਧਿਆਇ 1 ਤੋਂ 11 ਆਇਤ ਦੇ ਵਿੱਚ ਵੀ ਅਸੀਂ ਇਸ ਸਟੋਰੀ ਨੂੰ ਕੀ ਪੜਿਆ। ਸਾਰੇ ਜਾਣੇ ਬੱਚੇ ਸਭ ਇਸ ਸਟੋਰੀ ਦੇ ਨੋਨ ਨੇ, ਸਭ ਜਾਣਦੇ ਨੇ। ਹਨਾਨੀਆਂ ਤੇ ਸਫੀਰਾ ਦੇ ਬਾਰੇ ਸਭ ਕੀ ਜਾਣਦੇ ਨੇ ਕਿ ਹਨਾਨੀਆਂ ਤੇ ਸਫੀਰਾ ਨੇ ਇੱਕ ਮਿਲਖ ਨੂੰ ਕੀ ਵੇਚਿਆ, ਇੱਕ ਮਿਲਖ ਨੂੰ ਵੇਚਿਆ, ਅਤੇ ਜਦ ਉਹਨਾਂ ਪੈਸਾ ਦੇਖਿਆ, ਜਦ ਉਹ ਸਾਰੇ ਚੀਜ਼ਾਂ ਨੂੰ ਉਹਨਾਂ ਦੇਖਿਆ ਕਿ ਇਹ ਸਾਡੇ ਵਾਸਤੇ ਅੱਛਾ ਹੈ, ਜਦ ਉਹਨਾਂ ਪੈਸਾ ਦੇਖਣ ਨੂੰ ਲੋਭ ਆ ਗਿਆ, ਜਿਸ ਦੇ ਕਾਰਨ ਸ਼ੈਤਾਨ ਉਹਨਾਂ ਦੇ ਮਨ ਦੇ ਵਿੱਚ ਸਮਾ ਗਿਆ ਅਤੇ ਉਹਨਾਂ ਦੀਆਂ ਆਤਮਿਕ ਅੱਖਾਂ ਨੂੰ ਕਿ ਉਸਨੇ ਬੰਦ ਕੀ ਕਰ ਦਿੱਤਾ। ਪਹਿਲਾਂ ਉਹਨਾਂ ਦੀਆਂ ਆਤਮਿਕ ਅੱਖਾਂ ਕੀ ਖੁੱਲੀਆਂ ਸਨ, ਜਦੋਂ ਸੰਗਤੀ ਵਿੱਚ ਜਾਂਦੇ ਸਨ। ਜਦ ਅਸੀਂ ਇਸ ਨੂੰ ਉੱਤੋਂ ਪੜ੍ਹ ਕੇ ਦੇਖਦੇ ਹਾਂ, ਪੜ੍ਹੀਏ ਉਸ ਦਾ 4 ਅਧਿਆਇ ਉਸ ਦੀ 32 ਆਇਤ ਤੋਂ 37 ਆਇਤ ਦੇ ਵਿੱਚ ਪੜ੍ਹੀਏ। ਨੇਚਾ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ, ਹਰ ਕਿਸੇ ਨੇ ਆਪਣੇ ਮਾਲ ਵਿੱਚੋਂ ਕਿਸੇ ਚੀਜ਼ ਨੂੰ ਆਪਣਾ ਨਹੀਂ ਆਖਿਆ, ਪਰ ਉਹ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਸਨ, ਪਰ ਉਹਨਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ। ਉਹਨਾਂ ਵਿੱਚੋਂ ਕਿਸੇ ਨੂੰ ਘਾਟਾ ਨਾ ਸੀ, ਇਸ ਲਈ ਕਿ ਜਿਹੜਾ ਜ਼ਮੀਨਾਂ ਤੇ ਘਰਾਂ ਦੇ ਮਾਲਕ ਸਨ, ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਵਸਤਾਂ ਦਾ ਮੁੱਲ ਲਿਆਉਂਦੇ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਦੇ ਸਨ ਅਤੇ ਹਰੇਕ ਨੂੰ ਉਹਦੀ ਲੋੜ ਅਨੁਸਾਰ ਵੰਡ ਦਿੰਦੇ ਸਨ। ਯੂਸਫ ਜਿਹਦਾ ਰਸੂਲਾਂ ਨੇ ਬਰਨਬਾਸ ਅਰਥਾਤ ਉਪਦੇਸ਼ ਦਾ ਪੁੱਤਰ ਨਾਉ ਧਰਿਆ, ਜਿਹੜਾ ਇੱਕ ਲੇਵੀ ਅਤੇ ਜਨਮ ਦਾ ਕੁਪਰਸੀ ਸੀ, ਉਹਦੇ ਕੋਲੋਂ ਕੁਝ ਜ਼ਮੀਨ ਸੀ, ਸੋ ਉਹਨੂੰ ਵੇਚ ਕੇ ਮੁੱਲ ਦਾ ਰੁਪਇਆ ਲਿਆਂਦਾ ਅਤੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਆਮੀਨ, ਹਾਲੇਲੂਇਆ। ਇਸ ਜਗ੍ਹਾ ਦੇ ਵਿੱਚ ਅਸੀਂ ਦੇਖਦੇ ਹਾਂ, ਜਦ ਉਹਨੇ ਅਸੀਂ ਪੜਿਆ ਕਿ ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਕੀ ਸਭ ਇੱਕ ਸੀ। ਜਦ ਅਸੀਂ ਇਸ ਦੇ ਬਾਰੇ ਪੜ੍ਹਦੇ ਹਾਂ, ਜਦ ਅਸੀਂ ਆਦਿ ਕਲੀਸਿਆ ਦੇ ਬਾਰੇ ਪੜ੍ਹਦੇ ਹਾਂ, ਆਦਿ ਕਲੀਸਿਆ ਦੇ ਵਿੱਚ ਕੀ ਸੀ? ਆਦਿ ਕਲੀਸਿਆ ਦੇ ਵਿੱਚ ਜਦੋਂ ਕਲੀਸਿਆ ਜਦੋਂ ਪਵਨ ਦੇ ਵਿੱਚ ਆਉਂਦੀ ਸੀ, ਜਦੋਂ ਸੰਗਤੀ ਦੇ ਲਈ ਕੀ ਇਕੱਠੇ ਹੁੰਦੇ ਸੀ, ਉਸ ਜਗ੍ਹਾ ਦੇ ਵਿੱਚੋਂ ਜੋ ਵੀ ਕਮਿਟਮੈਂਟ ਕਰਦੇ ਸੀ, ਜੋ ਵੀ ਸਮਰਪਣ ਉਹ ਪਰਮੇਸ਼ਵਰ ਦੇ ਨਾਲ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਕਰਦੇ ਸੀ, ਉਸ ਨੂੰ ਪੂਰੀਆਂ ਕੀ ਉਹ ਕਰਦੇ ਸੀ। ਚਾਹੇ ਫਿਰ ਉਹ ਸਮਰਪਣ, ਚਾਹੇ ਉਹ ਸਾਡਾ ਕੀ ਵਾਅਦਾ ਕਿਸ ਪ੍ਰਕਾਰ ਦੇ ਨਾਲ ਵੀ ਕਿਉਂ ਨਾ ਹੋਵੇ, ਚਾਹੇ ਕੁਝ ਵੀ ਕਿਉਂ ਨਾ ਹੋਵੇ। ਕਿਉਂਕਿ ਆਦਿ ਦੇ ਵਿੱਚ ਜਦ ਅਸੀਂ ਪੜ੍ਹ ਕੇ ਦੇਖਦੇ ਹਾਂ, ਆਦਿ ਕਲੀਸਿਆ ਦੇ ਲੋਕਾਂ ਨੇ ਇਹ ਵਾਅਦਾ ਕੀਤਾ ਸੀ ਕਿ ਜੋ ਵੀ ਕੁਝ ਸਾਡੀ ਮਿਲਕ ਵਿੱਚ ਹੈ, ਜੋ ਵੀ ਕੁਝ ਹੈ, ਅਸੀਂ ਸਭ ਕੁਝ ਉਸ ਨੂੰ ਵੇਚ ਕੇ ਸਭ ਕੁਝ ਜੋ ਵੀ ਹੈ ਉਸ ਨੂੰ ਪ੍ਰਭੂ ਦੇ ਘਰ ਦੇ ਵਿੱਚ ਕੀ ਦਵਾਂਗੇ, ਉਸ ਨੂੰ ਪ੍ਰਭੂ ਦੇ ਘਰ ਦੇ ਵਿੱਚ ਦਵਾਂਗੇ ਅਤੇ ਪ੍ਰਭੂ ਦੇ ਘਰ ਦੇ ਵਿੱਚੋਂ ਹਰ ਇੱਕ ਦੀ ਲੋੜ ਨੂੰ ਪੂਰਾ ਕੀਤਾ ਜਾਵੇਗਾ। ਜਿਸ ਦੀ ਜੋ ਵੀ ਜ਼ਰੂਰਤ ਹੈ, ਹੋ ਸਕਦਾ ਉਸ ਪੈਨ ਦੀ ਜਾਂ ਉਸ ਪਾਈ ਦੀ ਇਹ ਜ਼ਰੂਰਤ ਹੈ, ਅਗਰ ਸਾਡੇ ਸਾਰਿਆਂ ਦੀ ਸੰਮਤੀ ਪ੍ਰਭੂ ਦੇ ਘਰ ਦੇ ਵਿੱਚ ਹੋਵੇਗੀ, ਅਗਰ ਸਾਡਾ ਸਭ ਕੁਝ ਪ੍ਰਭੂ ਦੇ ਘਰ ਦੇ ਵਿੱਚ ਹੋਵੇਗਾ, ਉਸ ਜਗ੍ਹਾ ਦੇ ਵਿੱਚੋਂ ਅਸੀਂ ਉਹਨਾਂ ਨੂੰ ਦੇ ਕੀ ਸਕਦੇ ਹਾਂ। ਉਸ ਜਗ੍ਹਾ ਦੇ ਵਿੱਚੋਂ ਅਸੀਂ ਜੋ ਇਕੱਠਾ ਕੀਤਾ ਹੈ, ਉਹਨਾਂ ਲੋੜਾਂ ਨੂੰ ਪੂਰੀਆਂ ਕੀ ਕਰ ਸਕਦੇ ਹਾਂ। ਇਹ ਆਦਿ ਕਲੀਸਿਆ ਦਾ ਕੀ ਰੂਲ ਸੀ। ਇੱਕ ਰੀਜ਼ਨ ਇਹ ਵੀ ਹੋ ਸਕਦਾ, ਮੈਂ ਪੜ੍ਹ ਰਿਹਾ ਸੀ ਕਿ ਜਦ
जद ਅਸੀਂ ਆਈ ਪੜ੍ਹੀ ਮੱਤੀ ਦੀ ਅੰਜੀਲ ਕੱਢੀ ਮੇਰੇ ਨਾਲ ਮੱਤੀ ਦੀ ਅੰਜੀਲ ਉਸ ਦਾ 24 ਅਧਿਆਇ ਕੱਢੀਏ ਉਸ ਦੀ 15 ਆਇਤ ਤੋਂ ਪੜ੍ਹੀਏ ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਨੌਣੀ ਚੀਜ਼ ਨੂੰ ਜਿਹਦੀ ਖਬਰ ਦਾਨੀਏਲ ਨਬੀ ਨੇ ਦਿੱਤੀ ਪਵਿੱਤਰ ਥਾਂ ਵਿੱਚ ਖੜੀ ਵੇਖੋਗੇ ਵਾਚਨ ਵਾਲਾ ਸਮਝ ਲਵੇ ਆਦੋ ਜਿਹੜੇ ਯਹੂਦੀਆਂ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ ਜਿਹੜੇ ਕੋਠੇ ਉੱਤੇ ਹੋਵੇ ਉਹ ਆਪਣੇ ਘਰਾਂ ਵਿੱਚੋਂ ਸਵਾਬ ਲੈਣ ਨੂੰ ਹਟਾ ਨਾ ਉਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਂ ਨਾ ਮੁੜੇ ਪਰ ਅਫਸੋਸ ਉਹਨਾਂ ਉੱਤੇ ਜਿਹੜੀਆਂ ਉਹਨਾਂ ਦਿਨੀ ਗਰਭਣੀਆਂ ਅਤੇ ਦੁੱਧ ਚੁਗਾਉਣ ਵਾਲੀਆਂ ਹੋਣ ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭਜਨਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ ਕਿਉਂ ਜੋ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਥੋੜੀ ਪਿਆ ਅਤੇ ਨਾ ਕਦੇ ਹੋਵੇਗਾ। ਇਸ ਜਗ੍ਹਾ ਦੇ ਵਿੱਚ ਮੈਂ ਇੱਕ ਜਗ੍ਹਾ ਦੇ ਵਿੱਚ ਪੜ੍ਹ ਰਿਹਾ ਸੀ ਕਿ ਇਹ ਜੋ ਕਲੀਸਿਆ ਹੈ ਅਗਰ ਆਦਿ ਕਲੀਸਿਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਦਿ ਕਲੀਸਿਆ ਦਾ ਇਹ ਰੂਲ ਸੀ ਕਿ ਕਿਉਂ ਉਹ ਪੂਰੀ ਸੰਪਤੀ ਆਪਣੇ ਘਰ ਨੂੰ ਵੇਚ ਕੇ ਉਹ ਪੂਰੀ ਸੰਪਤੀ ਕਿਉਂ ਰਸੂਲਾਂ ਦੇ ਚਰਨਾਂ ਵਿੱਚ ਉਹਨਾਂ ਰੱਖਿਆ ਕਿਉਂ ਉਹਨਾਂ ਨੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹ ਸਭ ਕੁਝ ਕੀ ਦਿੱਤਾ। ਇੱਕ ਰੀਜ਼ਨ ਮੈਨੂੰ ਇਸ ਜਗ ਪ੍ਰਕਾਰ ਦੇ ਨਾਲ ਮਿਲਿਆ ਕਿ ਜਦ ਯਿਸੂ ਮਸੀਹ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਕਿਹਾ ਕਿ ਯਰੂਸ਼ਲਮ ਮੰਦਿਰ ਯਰੂਸ਼ਲਮ ਪਰਮੇਸ਼ਵਰ ਦਾ ਘਰ ਉਹ ਕੀ ਢਹਿ ਜਾਵੇਗਾ ਉਹ ਸਭ ਕੁਝ ਉਸ ਦਾ ਢਹਿ ਕੀ ਜਾਵੇਗਾ ਤੇ ਇਸ ਜਗ੍ਹਾ ਦੇ ਵਿੱਚ ਮੱਤੀ ਪ੍ਰਭੂ ਦਾ ਦਾਸ ਉਸ ਨੂੰ ਸਭ ਕੁਝ ਕੀ ਇਸ ਦੇ ਬਾਰੇ ਕੀ ਲਿਖਦਾ ਹੈ ਮਹਾ ਸੰਕਟ ਦੇ ਬਾਰੇ ਸਭ ਕੁਝ ਕੀ ਲਿਖਦਾ ਹੈ ਕਿ ਕੀ ਹੋਵੇਗਾ। ਇਸ ਜਗ੍ਹਾ ਵਿੱਚ 16 ਆਇਤ ਨੂੰ ਪੜ੍ਹੀਏ ਤਾਂ ਤੋਂ ਜਿਹੜੇ ਯਹੂਦੀਆਂ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਬਾਬ ਲੈਣ ਨੂੰ ਹੇਠਾਂ ਨਾ ਉਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣਾ ਲੀੜੇ ਲੈਣ ਨੂੰ ਪਿਛਾਂ ਨਾ ਮੁੜੇ। ਇਸ ਜਗ੍ਹਾ ਦੇ ਵਿੱਚ ਅਸੀਂ ਇਹ ਸਾਰਾ ਪੀੜਾ ਦਾ ਆਰੰਭ ਕੀ ਦੇਖਦੇ ਹਾਂ ਕਿ ਇਹ ਸਭ ਕੁਝ ਕੀ ਹੋਵੇਗਾ। ਇਹ ਇੱਕ ਕਾਰਨ ਸੀ ਕਿ ਉਸ ਸਮੇਂ ਦੇ ਲੋਕਾਂ ਨੇ ਯਿਸੂ ਮਸੀਹ ਤੋਂ ਬਾਅਦ 70 ਏਡੀ ਦੇ ਵਿੱਚ 70ਵੀਂ ਸੰਨ ਦੇ ਵਿੱਚ ਯਿਸੂ ਮਸੀਹ ਤੋਂ ਬਾਅਦ ਇਹਨਾਂ ਸਾਰੇ ਲੋਕਾਂ ਨੇ ਜਦ ਪਤਾ ਸੀ ਕਿ ਯਿਸੂ ਮਸੀਹ ਨੇ ਇਹ ਵਾਅਦਾ ਕੀਤੇ ਨੇ ਕਿ ਯਰੂਸ਼ਲਮ ਮੰਦਿਰ ਕੀ ਢਹਿ ਜਾਵੇਗਾ ਅਤੇ ਉਸ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਸਾਰੀ ਸੰਪਤੀ ਜੋ ਵੀ ਸੀ ਉਸ ਦਾ ਇੱਕ ਫੈਸਲਾ ਲਿਆ ਕਿ ਸਾਰੀ ਸੰਪਤੀ ਨੂੰ ਅਸੀਂ ਵੇਚ ਕੇ ਆਪਣੇ ਘਰਾਂ ਮਕਾਨਾਂ ਸਾਰਿਆਂ ਨੂੰ ਵੇਚ ਕੇ ਅਸੀਂ ਸਭ ਕੁਝ ਪ੍ਰਭੂ ਦੇ ਘਰ ਦੇ ਵਿੱਚ ਕੀ ਦੇ ਦਵਾਂਗੇ ਜਿਸ ਦੇ ਕਾਰਨ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਮਹਾ ਸੰਕਟ ਦਾ ਸਮੇਂ ਆਵੇਗਾ ਉਸ ਸਮੇਂ ਸਾਨੂੰ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਗਰ ਅੱਜ ਸਾਡੀ ਕਲੀਸਿਆ ਦੇ ਕੋਲ ਹੈ ਤਾਂ ਅਗਰ ਮੁਸ਼ਕਿਲ ਦਾ ਸਮਾਂ ਆਵੇਗਾ ਤਾਂ ਅਸੀਂ ਸਭ ਨੂੰ ਕੀ ਦੇ ਸਕਦੇ। ਅਸੀਂ ਦੇਖਦੇ ਬੀਤੇ ਦਿਨਾਂ ਦੇ ਵਿੱਚ ਇਹ ਸਭ ਕੁਝ ਕੀ ਹੋਇਆ ਜਦ ਕਰੋਨਾ ਵਾਇਰਸ ਦਾ ਸਮੇਂ ਸੀ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਦੇ ਦਾਸਾਂ ਨੇ ਚਰਚਿਸ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਕਿਉਂਕਿ ਉਹਨਾਂ ਦੇ ਕੋਲ ਸੀ। ਅਗਰ ਇਕੱਠਾ ਨਾ ਕੀਤਾ ਹੁੰਦਾ ਅਗਰ ਪਹਿਲਾਂ ਇਸ ਨੂੰ ਇਕੱਠਾ ਨਾ ਕੀਤਾ ਹੁੰਦਾ ਹੋ ਸਕਦਾ ਉਹਨਾਂ ਦਿਨਾਂ ਦੇ ਵਿੱਚ ਦੇ ਨਹੀਂ ਸੀ ਸਕਦੇ। ਮੇਰੇ ਅਜ਼ੀਜ਼ੋ ਉਹਨਾਂ ਦਿਨਾਂ ਦੇ ਵਿੱਚ ਪਹਿਲਾਂ ਇਹ ਸਭ ਕੁਝ ਇਕੱਠਾ ਕੀਤਾ ਤੇ ਜਦ ਮੁਸੀਬਤ ਦਾ ਸਮੇਂ ਆਇਆ ਜਦ ਸੰਕਟ ਦਾ ਸਮੇਂ ਆਇਆ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੀ ਮਦਦ ਵਾਸਤੇ ਕੀ ਦਿੱਤਾ। ਇਸੇ ਪ੍ਰਕਾਰ ਦੇ ਨਾਲ ਜਦ ਇਸ ਜਗ੍ਹਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਇਸ ਜਗ੍ਹਾ ਦੇ ਵਿੱਚ ਵੀ ਕਿ ਜਦ ਵਿਸ਼ਵਾਸੀਆਂ ਦਾ ਸੰਗਤੀ ਉਸ ਜਗ੍ਹਾ ਦੇ ਵਿੱਚ ਆਦਿ ਕਲੀਸਿਆ ਦੇ ਵਿੱਚ ਕੀ ਹੋਇਆ ਉਸ ਜਗ੍ਹਾ ਦੇ ਵਿੱਚ ਉਹਨਾਂ ਨੇ ਇੱਕ ਸਮਰਪਣ ਪ੍ਰਭੂ ਦੇ ਨਾਲ ਕੀਤਾ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਕੀਤਾ ਰਸੂਲਾਂ ਦੇ ਨਾਲ ਕੀਤਾ ਕਿ ਜੋ ਕੁਝ ਵੀ ਹੈ ਅਸੀਂ ਸਾਰਾ ਸੰਪਤੀ ਆਪਣਾ ਵੇਚ ਕੇ ਪ੍ਰਭੂ ਦੇ ਘਰ ਦੇ ਵਿੱਚ ਕੀ ਦੇ ਦਵਾਂਗੇ ਕਿ ਜਦ ਮਹਾ ਸੰਕਟ ਆਵੇ ਜਦ ਇਹ ਸਭ ਕੁਝ ਹੋਵੇ ਤਾਂ ਉਹਨਾਂ ਦਿਨਾਂ ਦੇ ਵਿੱਚ ਸਾਨੂੰ ਕੋਈ ਜੇ ਕਿਸੇ ਵੀ ਚੀਜ਼ ਦਾ ਸਾਹਮਣਾ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਉਸ ਜਗ੍ਹਾ ਦੇ ਵਿੱਚ ਸਾਰਿਆਂ ਨੇ ਇਸ ਚੀਜ਼ ਨੂੰ ਕੀ ਮੰਨਿਆ ਸਾਰਿਆਂ ਨੇ ਇਸ ਚੀਜ਼ ਨੂੰ ਇਸ ਵਾਅਦੇ ਨੂੰ ਕੀ ਮੰਨਿਆ। ਪਰ ਹਨਾਨੀਆ ਤੇ ਸਫੀਰਾ ਵੀ ਉਸ ਜਗ੍ਹਾ ਦੇ ਵਿੱਚ ਉਸ ਸੰਗਤੀ ਦੇ ਵਿੱਚ ਸੀ। ਹਨਾਨੀਆ ਤੇ ਸਫੀਰਾ ਵੀ ਉਸ ਸੰਗਤੀ ਦੇ ਵਿੱਚ ਮੌਜੂਦ ਸੀ। ਪਰ ਮੇਰੇ ਅਜ਼ੀਜ਼ੋ ਜਦ ਇਹਨਾਂ ਨੇ ਇਸ ਫੈਸਲਾ ਕੀਤਾ ਜਦ ਇਹਨਾਂ ਪ੍ਰਭੂ ਦੇ ਨਾਲ ਇੱਕ ਕਮਿਟਮੈਂਟ ਕੀਤੀ ਇਸ ਸਮਰਪਿਤ ਪ੍ਰਭੂ ਦੇ ਨਾਲ ਇਹਨਾਂ ਕੀਤਾ ਕਿ ਅਸੀਂ ਇਹ ਸਭ ਕੁਝ ਕਰਾਂਗੇ ਪਰ ਜਦੋਂ ਉਹਨਾਂ ਨੇ ਉਸ ਭੂਮੀ ਨੂੰ ਵੇਚਿਆ ਉਸ ਵਿੱਚ ਲਿਖਿਆ ਜਦ ਉਸ ਜ਼ਮੀਨ ਨੂੰ ਵੇਚਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਕੀ ਲਾਲਚ ਆ ਗਿਆ। ਉਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ। ਉਹਨਾਂ ਦੀ ਆਤਮਿਕ ਅੱਖਾਂ ਜਿਹੜੀਆਂ ਪਹਿਲਾਂ ਖੁੱਲੀਆਂ ਸੀ ਜਿਹੜੀ ਆਤਮਿਕ ਅੱਖਾਂ ਦੇ ਨਾਲ ਉਹਨਾਂ ਨੇ ਪ੍ਰਭੂ ਦੇ ਨਾਲ ਵਾਅਦਾ ਕੀਤਾ ਸੀ ਕਿਉਂਕਿ ਪਹਿਲਾਂ ਉਹ ਜਾਣਦੇ ਸੀ ਕਿ ਇਹ ਸਾਡੇ ਵਾਸਤੇ ਹੈ ਅਸੀਂ ਪ੍ਰਭੂ ਦੇ ਨਾਲ ਸਮਰਪਿਤ ਇਸ ਨੂੰ ਕੀ ਕੀਤਾ ਹੈ ਪ੍ਰਭੂ ਦੇ ਨਾਲ ਵਾਅਦਾ ਕੀਤਾ ਹੈ ਕਿ ਇਹ ਸਭ ਕੁਝ ਕਿ ਅਸੀਂ ਕਰਾਂਗੇ। ਪਰ ਸ਼ੈਤਾਨ ਜਦ ਉਹਨਾਂ ਦੇ ਮਨਾਂ ਦੇ ਵਿੱਚ ਸਮਾ ਗਿਆ ਉਹਨਾਂ ਦੀਆਂ ਆਤਮਿਕ ਅੱਖਾਂ ਕੀ ਉਸਨੇ ਕੀ ਬੰਦ ਕਰ ਦਿੱਤੀਆਂ ਜਿਸ ਦੇ ਕਾਰਨ ਪਤਰੀ ਜਿਸ ਨੇ ਪੜ੍ਹੀ 2 ਆਇਤ ਨੂੰ ਜਦ ਨਾਲ 5 ਅਧਿਆਇ ਅਤੇ ਉਹਦੇ ਮੁੱਲ ਵਿੱਚ ਕੁਝ ਰੱਖ ਛੱਡਿਆ ਉਹਨਾਂ ਦੇ ਜਦ ਆਤਮਿਕ ਅੱਖਾਂ ਬੰਦ ਹੋ ਗਈਆਂ ਵਿੱਚ ਲਿਖਿਆ
ਜਿਹੜਾ ਭੂਮੀ ਉਹਨਾਂ ਨੇ ਵੇਚਿਆ ਸੀ, ਜਿਹੜਾ ਜ਼ਮੀਨ ਉਹਨਾਂ ਨੇ ਵੇਚਿਆ ਸੀ, ਉਸ ਦੇ ਵਿੱਚੋਂ ਕੀ ਕੁਝ ਰੱਖ ਛੱਡਿਆ। ਮੇਰੇ ਜੀਜੋ ਪਿਛਲੇ ਐਤਵਾਰ ਵੀ ਅਸੀਂ ਜ਼ਬੂਰ ਦੇ ਵਿੱਚ ਮੈਂ ਦੱਸ ਰਿਹਾ ਸੀ ਕਿ ਪਰਮੇਸ਼ਵਰ ਦੀ ਸਤੂਤੀ ਦੇ ਲਈ, ਪਰਮੇਸ਼ਵਰ ਦੀ ਮਹਿਮਾ ਦੇ ਲਈ ਜਦ ਅਸੀਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਜਦ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਕੇ ਸਮਰਪਿਤ ਕਰ ਦਿੱਤਾ ਹੈ, ਉਸ ਸਮਰਪਣ ਦੇ ਕੇ ਅਸੀਂ ਅਧੀਨ ਰਹੀਏ। ਜਦ ਅਸੀਂ ਆਪਣੇ ਸਮਰਪਣ ਦੇ ਅਧੀਨ ਰਵਾਂਗੇ ਕਿ ਸੱਚਮੁੱਚ ਮੈਂ ਪ੍ਰਭੂ ਦੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਮੈਂ ਪ੍ਰਭੂ ਦੇ ਘਰ ਦੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਕਲੀਸਿਆ ਦੇ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਸ ਸਮਰਪਣ ਦੇ ਅਸੀਂ ਅਧੀਨ ਕੀ ਰਹੀਏ, ਫਿਰ ਹੀ ਅਸੀਂ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ ਨੂੰ ਕੀ ਪਾ ਸਕਦੇ ਹਾਂ। ਅੱਜ ਕਿਉਂ ਸਾਡੇ ਜ਼ਿੰਦਗੀਆਂ ਦੇ ਵਿੱਚ ਬਿਮਾਰੀਆਂ ਨੇ, ਕਿਉਂ ਕਲੇਸ਼ ਨੇ? ਕਿਉਂਕਿ ਅਸੀਂ ਕੀ ਜਿਹੜਾ ਸਮਰਪਿਤ ਅਸੀਂ ਪਰਮੇਸ਼ਵਰ ਦੇ ਨਾਲ ਕੀਤਾ ਸੀ, ਜਿਹੜਾ ਵਾਅਦਾ ਅਸੀਂ ਪਰਮੇਸ਼ਵਰ ਦੇ ਨਾਲ ਕੀਤਾ ਸੀ, ਜਿਹੜੀ ਕਮਿਟਮੈਂਟ ਅਸੀਂ ਪ੍ਰਭੂ ਦੇ ਨਾਲ ਕੀਤੀ ਸੀ, ਅੱਜ ਅਸੀਂ ਉਸ ਕਮਿਟਮੈਂਟ ਨੂੰ ਪੂਰਾ ਨਹੀਂ ਕਰ ਰਹੇ। ਅੱਜ ਉਸ ਸਮਰਪਣ ਨੂੰ ਅਸੀਂ ਪ੍ਰਭੂ ਦੇ ਨਾਲ ਜੋ ਕੀਤਾ ਸੀ ਉਸ ਨੂੰ ਪੂਰਾ ਨਹੀਂ ਕਰ ਰਹੇ, ਜਿਸ ਦੀ ਵਜ੍ਹਾ ਦੇ ਕਾਰਨ ਅੱਜ ਅਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕੀ ਕਰ ਰਹੇ ਹਾਂ। ਅੱਜ ਅਸੀਂ ਸੰਕਟਾਂ ਦਾ ਸਾਹਮਣਾ ਕਰ ਰਹੇ ਹਾਂ, ਵਿਪਤਾਵਾਂ ਦਾ ਸਾਹਮਣਾ ਕਰ ਰਹੇ ਹਾਂ। ਮੇਰੇ ਜੀਜੋ, ਅਗਰ ਅਸੀਂ ਆਪਣੇ ਆਪ ਨੂੰ ਪ੍ਰਭੂ ਦੇ ਅਧੀਨ ਕੀਤਾ ਹੈ, ਸਮਰਪਿਤ ਕੀਤਾ ਹੈ, ਜਿਸ ਤਰ੍ਹਾਂ ਪ੍ਰਭੂ ਸਾਨੂੰ ਚਲਾਵੇ ਉਸ ਤਰ੍ਹਾਂ ਚੱਲਣਾ ਸਿੱਖੀਏ। ਆਪਣੇ ਫਿਜ਼ੀਕਲ ਆਈਸ ਦੇ ਨਾਲ ਹਾਂ ਅਸੀਂ ਸਭ ਕੁਝ ਦੇਖਦੇ ਹਾਂ, ਠੀਕ ਹੈ, ਉਸ ਦੇ ਨਾਲ ਅਸੀਂ ਸਭ ਕੁਝ ਕਰਦੇ ਹਾਂ, ਪਰ ਪ੍ਰਭੂ ਦੇ ਕੋਲੋਂ ਮੰਗੇ, ਪ੍ਰਭੂ ਸਾਡੀਆਂ ਆਤਮਿਕ ਅੱਖਾਂ ਨੂੰ ਵੀ ਕੀ ਖੋਲ ਦੇ ਪ੍ਰਭੂ, ਤਾਂ ਜੋ ਮੈਂ ਭਲੇ ਅਤੇ ਬੁਰੇ ਦੀ ਸਿਆਣ ਕਰਨ ਵਾਲਾ ਕੀ ਬਣ ਜਾ ਪ੍ਰਭੂ, ਜੋ ਤੈਨੂੰ ਚੰਗਾ ਲੱਗਦਾ ਮੈਂ ਉਹ ਕਰਾਂ, ਅਤੇ ਆਤਮਿਕ ਅੱਖਾਂ ਫਿਰ ਸਾਨੂੰ ਗਾਈਡ ਕੀ ਕਰਨਗੀਆਂ, ਫਿਰ ਸਾਡੀ ਕਿਉਂ ਨਿਗਾਹਬਾਨੀ ਕਰਨਗੀਆਂ ਕਿ ਕੀ ਸਾਨੂੰ ਕਰਨਾ ਹੈ, ਕੀ ਸਾਨੂੰ ਨਹੀਂ ਕਰਨਾ। ਇਸ ਫਿਜ਼ੀਕਲ ਆਈਸ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਜਾਣ ਨਹੀਂ ਸਕਦੇ। ਇਹਨਾਂ ਦੇ ਨਾਲ ਅਸੀਂ ਦੇਖਾਂਗੇ ਹਾਂ ਅੱਛਾ ਪੈਸਾ ਹੈ, ਅੱਛਾ ਇਹ ਰਹਿਣ ਸਹਿਣ ਹੈ, ਅੱਛਾ ਸਭ ਕੁਝ ਹੈ, ਇਸ ਦੇ ਵਿੱਚ ਕਿ ਅਸੀਂ ਮੋਏ ਜਾਵਾਂਗੇ। ਪਰ ਅਗਰ ਅਸੀਂ ਆਤਮਿਕ ਅੱਖਾਂ ਦੇ ਨਾਲ ਦੇਖਾਂਗੇ, ਅਗਰ ਅਸੀਂ ਪ੍ਰਭੂ ਦੇ ਕੋਲੋਂ ਮੰਗਾਂਗੇ, ਪ੍ਰਭੂ ਤੂੰ ਸਾਨੂੰ ਉਹ ਬੁੱਧ ਦੇ, ਉਹ ਚੀਜ਼ਾਂ ਦੇ, ਮੇਰੇ ਜੀਜ਼ੋ, ਫਿਰ ਅਸੀਂ ਇਸ ਦੀ ਸਹੀ ਪਹਿਚਾਨ ਕਰਨੇ ਵਾਲੇ ਕੀ ਬਣ ਜਾਵਾਂਗੇ। ਮੇਰੇ ਨਾਲ ਪੜ੍ਹੀਏ, ਕੱਢੀਏ ਰੋਮੀਆਂ 10 ਉਸ ਦਾ 2 ਆਇਤ ਨੂੰ ਪੜ੍ਹੀਏ। ਪੌਲੁਸ ਇਸ ਜਗ੍ਹਾ ਦੇ ਵਿੱਚ ਕੀ ਲਿਖਦਾ ਹੈ? ਰੋਮੀਆਂ 10 ਅਧਿਆਇ। ਮੈਂ ਉਹਨਾਂ ਦੀ ਸਾਖੀ ਵੀ ਭਰਦਾ ਹਾਂ ਭਾਈ, ਉਹਨਾਂ ਨੂੰ ਪਰਮੇਸ਼ਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ। ਹਾਂ, ਇਸ ਜਗ੍ਹਾ ਦੇ ਵਿੱਚ ਪੌਲੁਸ ਕੀ ਕਹਿ ਰਿਹਾ? ਕਹਿੰਦਾ ਮੈਂ ਉਹਨਾਂ ਦੀ ਸਾਖੀ ਕੀ ਭਰਦਾ ਹਾਂ। ਅੱਜ ਮੈਂ ਪਰਮੇਸ਼ਰ ਕਹਿ ਰਿਹਾ, ਮੈਂ ਪਰਮੇਸ਼ਰ ਦੇ ਲੋਕਾਂ ਦੀ ਸਾਖੀ ਭਰਦਾ ਹਾਂ, ਮੈਂ ਉਹਨਾਂ ਦੇ ਲਈ ਗਵਾਹੀ ਦਿੰਦਾ ਵਾਂ, ਉਹਨਾਂ ਦੇ ਲਈ ਸਾਖੀ ਨੂੰ ਪੜਦਾ ਵਾਂ ਕਿ ਉਹਨਾਂ ਦੇ ਵਿੱਚ ਅਣਖ ਤਾਂ ਹੈ ਪਰ ਬੁੱਧੀਮਾਨੀ ਨਾਲ ਨਹੀਂ। ਅੱਜ ਮੇਰੇ ਜੀਜੋ, ਅਸੀਂ ਪਰਮੇਸ਼ਵਰ ਨੂੰ ਜਾਣਦੇ ਹਾਂ। ਅੱਜ ਹਾਂ ਅਸੀਂ ਵੀ ਸਾਖੀ ਪੜ੍ਹਦੇ ਹਾਂ ਕਿ ਇਹ ਪਰਮੇਸ਼ਵਰ ਦੇ ਲੋਕ ਨੇ, ਇਹ ਪਰਮੇਸ਼ਵਰ ਦੇ ਘਰ ਜਾਣ ਵਾਲੇ ਲੋਕ ਨੇ, ਪਰ ਕੀ ਹੈ? ਅਣਖ ਦੇ ਨਾਲ, ਅਣਖ ਤਾਂ ਹੈ ਪਰ ਬੁੱਧੀਮਾਨੀ ਦੇ ਨਾਲ ਅਸੀਂ ਉਸ ਚੀਜ਼ ਨੂੰ ਨਹੀਂ ਕਰ ਰਹੇ, ਸਮਝ ਦੇ ਨਾਲ ਉਸ ਚੀਜ਼ ਨੂੰ ਨਹੀਂ ਕਰ ਰਹੇ। ਸਾਨੂੰ ਪਤਾ ਨਹੀਂ ਚੱਲ ਰਿਹਾ। ਹਾਂ ਅਸੀਂ ਅਣਖ ਦੇ ਨਾਲ ਕਹਿ ਤਾਂ ਰਹੇ ਹਾਂ ਅਸੀਂ ਮਸੀਹ ਹਾਂ, ਬਾਹਰ ਜਾ ਕੇ ਅਸੀਂ ਕਹਿੰਦੇ ਹਾਂ ਮੈਂ ਕ੍ਰਿਸਚਨ ਹਾਂ, ਮੈਂ ਈਸਾਈ ਹਾਂ, ਮੈਂ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲਾ ਹਾਂ, ਮੈਂ ਪ੍ਰਭੂ ਨੂੰ ਮੰਨਣ ਵਾਲਾ ਹਾਂ, ਮੇਰੀ ਗਵਾਹੀ ਇਹ, ਮੇਰੀ ਗਵਾਹੀ ਉਹ ਹੈ। ਪਰ ਜਦ ਅਸੀਂ ਕਿਸੇ ਵਿਪਤਾ ਦੇ ਵਿੱਚ ਫਸ ਜਾਂਦੇ ਹਾਂ, ਜਦ ਅਸੀਂ ਕਿਸੇ ਸੰਕਟ ਦੇ ਵਿੱਚ ਫਸ ਜਾਂਦੇ ਹਾਂ, ਫਿਰ ਸਾਡੀ ਅਣਖ ਕਿੱਥੇ ਚਲ ਜਾਂਦੀ ਹੈ? ਫਿਰ ਸਾਡੀ ਉਹ ਅਣਖ ਕਿੱਥੇ ਚਲ ਜਾਂਦੀ ਹੈ ਜਿਸ ਅਣਖ ਦੇ ਨਾਲ ਅਸੀਂ ਕਹਿੰਦੇ ਹਾਂ ਮੈਂ ਪ੍ਰਭੂ ਨੂੰ ਮੰਨਣ ਵਾਲਾ ਕੀ ਇਨਸਾਨ ਆ, ਮੈਂ ਪ੍ਰਭੂ ਨੂੰ ਜਾਣਨ ਵਾਲੀ ਔਰਤ ਆ, ਮੈਂ ਪ੍ਰਭੂ ਨੂੰ ਜਾਣਨ ਵਾਲਾ ਬੰਦਾ ਵਾਂ। ਫਿਰ ਸਾਡੀ ਉਹ ਅਣਖ ਕਿੱਥੇ ਚਲੀ ਜਾਂਦੀ ਹੈ? ਇਸੇ ਪ੍ਰਕਾਰ ਦੇ ਨਾਲ ਪੌਲੁਸ ਕਹਿੰਦਾ, ਅੱਗੇ ਵੀ ਪੜ੍ਹੀਏ, ਕਿਉਂ ਜੋ ਪਰਮੇਸ਼ਰ ਦੇ ਧਰਮ ਤੋਂ ਅਣਜਾਣ ਹੋ ਕੇ ਉਹ ਅਤੇ ਆਪਣੇ ਧਰਮ ਨੂੰ ਦ੍ਰਿੜ ਕਰਨ ਦਾ ਯਤਨ ਕਰਕੇ, ਫਿਰ ਕੀ ਕਹਿੰਦਾ ਪੌਲੁਸ? ਕਹਿੰਦਾ ਉਹ ਆਪਣੇ ਧਰਮ ਨੂੰ ਦ੍ਰਿੜ ਕੀ ਕਰਦੇ ਨੇ? ਪ੍ਰਭੂ ਦੇ ਧਰਮ ਤੋਂ ਕਿਉਂ ਅਣਜਾਣ ਕੀ ਫਿਰ ਉਹ ਜਾਂਦੇ ਨੇ, ਆਪਣੇ ਧਰਮ ਨੂੰ ਦ੍ਰਿੜ ਕਰਨ ਦੀ ਕੋਸ਼ਿਸ਼ ਕੀ ਕਰਦੇ ਨੇ, ਫਿਰ ਆਪਣੇ ਆਪ ਨੂੰ, ਆਪਣੇ ਧਰਮ ਨੂੰ, ਆਪਣੀਆਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਉੱਚਾ ਦਿਖਾਉਣ ਦੀ ਕੋਸ਼ਿਸ਼ ਕੀ ਕਰਦੇ ਨੇ। ਪ੍ਰਭੂ ਦੇ ਧਰਮ ਨੂੰ ਤਾਂ ਫਿਰ ਭੁੱਲ ਹੀ ਜਾਂਦੇ ਨੇ, ਅਣਖਤਾ ਰੱਖਦੇ ਨੇ, ਮੈਂ ਮਸੀਹ ਹਾਂ, ਪਰ ਜਦ ਵਿਪਤਾ ਆ ਜਾਂਦੀ ਹੈ ਉਸ ਸਮੇਂ ਸਭ ਕੁਝ ਕੀ ਭੁੱਲ ਜਾਂਦੇ ਨੇ। ਉਸ ਸਮੇਂ ਫਿਰ ਬੁੱਧੀਮਾਨੀ ਦੇ ਨਾਲ ਡਿਸੀਜਨ ਸਾਡੇ ਕੋਲ ਨਹੀਂ ਲਿਆ ਜਾਂਦਾ, ਫਿਰ ਸਾਡੇ ਕੋਲ ਸਮਝਦਾਰੀ ਦੇ ਨਾਲ ਅਸੀਂ ਆਪਣੇ ਉਸ ਨਿਰਣੇ ਨੂੰ ਨਹੀਂ ਲੈ ਪਾਉਂਦੇ, ਬੁੱਧੀਮਾਨੀ ਦੇ ਨਾਲ ਅਸੀਂ ਆਪਣੇ ਡਿਸੀਜਨ ਨੂੰ ਫਿਰ ਕਾਇਮ ਨਹੀਂ ਕਰ ਪਾਉਂਦੇ। ਜਿਸ ਦੇ ਨਾਲ ਪੌਲੁਸ ਕੀ ਫਿਰ ਕਹਿੰਦਾ ਹੈ ਕਿ ਕਹਿੰਦਾ ਤੁਸੀਂ ਪਰਮੇਸ਼ਵਰ ਦੇ ਧਰਮ ਨੂੰ ਨਹੀਂ ਆਪਣੇ ਧਰਮ ਨੂੰ ਉੱਚਾ ਕੀ ਫਿਰ ਉਠਾਉਂਦੇ ਹੋ। ਅੱਗੇ बढ़िए, ਉਹ ਪਰਮੇਸ਼ਰ ਦੇ ਧਰਮ ਦੇ ਅਧੀਨ ਨਾ ਹੋਏ, ਕਿਉਂ ਜੋ ਧਰਮ ਲਈ ਮਸੀਹ ਹਰੇਕ ਨੇਚਾ ਕਰਨ ਵਾਲੇ ਦੇ ਲਈ ਸ਼ਰ੍ਹਾ ਦਾ ਅੰਤ ਹੈ। ਫਿਰ ਪੌਲੁਸ ਕੀ ਕਹਿੰਦਾ? ਫਿਰ ਕਹਿੰਦਾ ਤੁਸੀਂ ਧਰਮ ਦੇ ਅਧੀਨ ਹੀ ਨਹੀਂ ਹੋਏ।
ਅਸੀਂ ਕਹਿੰਦੇ ਤਾਂ ਰਹੇ ਅਸੀਂ ਮਸੀਹ ਆ, ਅਸੀਂ ਕਹਿੰਦੇ ਤਾਂ ਰਹੇ ਅਸੀਂ ਪ੍ਰਭੂ ਨੂੰ ਜਾਣਨ ਵਾਲੇ ਲੋਕ ਆ। ਪੌਲੁਸ ਸਾਫ਼-ਸਾਫ਼ ਕਹਿੰਦਾ ਫਿਰ ਤੁਸੀਂ ਉਸ ਮਸੀਹ ਦੇ ਅਧੀਨ ਹੀ ਨਹੀਂ ਹੋਏ, ਫਿਰ ਤੁਸੀਂ ਉਸ ਧਰਮ ਦੇ ਅਧੀਨ ਹੀ ਨਹੀਂ ਹੋਏ ਜਿਸ ਨੇ ਤੁਹਾਨੂੰ ਸਭ ਕੁਝ ਕੀ, ਜਿਸ ਨੇ ਤੁਹਾਡੇ ਲਈ ਆਪਣੀ ਜਾਨ ਨੂੰ ਦਿੱਤਾ, ਤੁਸੀਂ ਉਸ ਦੇ ਅਧੀਨ ਹੀ ਨਹੀਂ ਹੋਏ। ਮੇਰੇ ਜੀ ਇਸੇ ਪ੍ਰਕਾਰ ਦੇ ਨਾਲ ਹਨਾਨੀਆ ਤੇ ਸਫੀਰਾ ਪਹਿਲਾਂ ਧਰਮ ਦੇ ਅਧੀਨ ਸੀ, ਸਭ ਕੁਝ ਇਹਨਾਂ ਨੂੰ ਪਤਾ ਸੀ ਕੀ ਕਰਨਾ ਹੈ ਕੀ ਨਹੀਂ ਕਰਨਾ, ਪਰ ਜਦ ਇਹਨਾਂ ਦੇ ਮਨ ਦੇ ਵਿੱਚ ਲਾਲਚ ਆ ਗਿਆ, ਜਦ ਇਹਨਾਂ ਦੇ ਮਨ ਦੇ ਵਿੱਚ ਸ਼ੈਤਾਨ ਸਮਾ ਗਿਆ, ਆਪਣੀਆਂ ਆਤਮਿਕ ਅੱਖਾਂ ਦੀਆਂ ਬੰਦ ਹੋ ਗਈਆਂ, ਫਿਜ਼ੀਕਲ ਅੱਖਾਂ ਦੇ ਨਾਲ ਇਹਨਾਂ ਨੇ ਪੈਸੇ ਨੂੰ ਦੇਖਿਆ ਅਤੇ ਉਹ ਪੈਸਾ ਲੋਭ ਕੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਲੈ ਕੇ ਆ ਗਿਆ ਅਤੇ ਆਤਮਿਕ ਅੱਖਾਂ ਕੀ ਬੰਦ ਹੋ ਗਈਆਂ, ਜਿਸ ਦੇ ਕਾਰਨ ਕੀ ਹੋਇਆ ਅੰਤ ਇਹਨਾਂ ਦਾ ਮੌਤ ਦਾ ਸਾਹਮਣਾ ਇਹਨਾਂ ਨੂੰ ਕੀ ਕਰਨਾ ਪਿਆ। ਪੜ੍ਹੀਏ ਅੱਗੇ ਪੜ੍ਹੀਏ 3:5 ਅਧਿਆਇ ਰਸੂਲਾਂ ਦੇ ਕਰਤਾ 5 ਅਧਿਆਇ 3:5। ਤਦ ਪਤਰਸ ਨੇ ਆਖਿਆ ਹਨਾਨੀਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ। ਹਾਂ ਪਤਰਸ ਕੀ ਪਰਮੇਸ਼ਰ ਦਾ ਦਾਸ ਜਦੋਂ ਪਰਮੇਸ਼ਰ ਦੇ ਦਾਸ ਦੇ ਕੋਲ ਆਉਂਦੇ ਨੇ, ਪਰਮੇਸ਼ਰ ਦੇ ਘਰ ਵਿੱਚ ਆ ਕੇ ਜੋ ਸਮਰਪਣ ਉਹਨਾਂ ਨੇ ਪਰਮੇਸ਼ਰ ਦੇ ਨਾਲ ਕੀਤਾ ਹੁੰਦਾ ਕਿ ਹਾਂ ਅਸੀਂ ਇਹ ਸਾਰੀ ਚੀਜ਼ ਨੂੰ ਕਰਕੇ ਸਾਰਾ ਕੁਝ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਿਆ ਕੇ ਕੀ ਰੱਖ ਦਵਾਂਗੇ, ਅਤੇ ਜਦ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਆਉਂਦੇ ਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਹ ਪੂੰਜੀ ਨੂੰ ਲਿਆ ਕੇ ਰੱਖਦੇ ਨੇ ਅਤੇ ਪਤਰਸ ਪਰਮੇਸ਼ਰ ਦਾ ਦਾਸ ਕਹਿੰਦਾ ਹੇ ਹਨਾਨੀਆ ਸ਼ੈਤਾਨ ਤੇਰੇ ਮਨ ਦੇ ਵਿੱਚ ਕਿਉਂ ਸਮਾਇਆ। ਅੱਗੇ बढ़िए ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ, ਜਦ ਤੱਕ ਰੋ ਰਿਹਾ ਕਿ ਤੇਰਾ ਆਪਣਾ ਨਾ ਰਿਹਾ ਔਰ ਜਾਂ ਵੇਖ ਗਿਆ ਤਾਂ ਤੇਰੇ ਵਾਸ ਵਿੱਚ ਨਾ ਸੀ, ਤਾਂ ਕਿਉਂ ਇਹ ਗੱਲ ਆਪਣੇ ਮਨ ਵਿੱਚ ਸੋਚੀ, ਤੂੰ ਮਨੁੱਖਾਂ ਨਾਲ ਨਹੀਂ ਸਗੋਂ ਪ੍ਰਭੂ ਈਸ਼ਰ ਨਾਲ ਝੂਠ ਬੋਲਿਆ ਹੈ। ਹਾਂ ਇਸ ਜਗ੍ਹਾ ਦੇ ਵਿੱਚ ਹਨਾਨੀਆ ਨੇ ਕੀਤਾ, ਜਦੋਂ ਪਰਮੇਸ਼ਵਰ ਦੇ ਘਰ ਦੇ ਵਿੱਚ ਆ ਗਿਆ ਉਸਨੇ ਪਰਮੇਸ਼ਵਰ ਦੇ ਦਾਸ ਦੇ ਨਾਲ ਇਸ ਜਗ੍ਹਾ ਦੇ ਵਿੱਚ ਕੀ ਝੂਠ ਬੋਲਿਆ। ਮੇਰੇ ਜੀਜੋ ਪਰਮੇਸ਼ਵਰ ਦਾ ਵਚਨ ਕਹਿੰਦਾ ਮੇਰੀਆਂ ਅੱਖਾਂ ਸਾਰੀ ਧਰਤੀ ਦੇ ਉੱਤੇ ਕੀ ਲੱਗੀਆਂ ਹੋਈਆਂ ਨੇ ਤਾਂ ਜਿਵੇਂ ਭਲੇ ਅਤੇ ਬੁਰੇ ਦੀ ਸਿਆਣ ਦੋਵਾਂ ਦੀ ਕੀ ਮੈਂ ਕਰਦਾ। ਉਹ ਇਹ ਨਹੀਂ ਕਿ ਅਸੀਂ ਅੱਜ ਮਸੀਹ ਨੂੰ ਜਾਣਨ ਵਾਲੇ ਲੋਕ ਆ, ਉਹ ਸਾਡੀ ਸਿਆਣ ਕਰਦਾ ਹੈ। ਵਚਨ ਵਿੱਚ ਲਿਖਿਆ ਨਿਆਂਆਂ ਵਿੱਚ ਕਹਿੰਦਾ ਉਹ ਭਲੇ ਅਤੇ ਬੁਰੇ ਦੋਵਾਂ ਦੀ ਸਿਆਣ ਨੂੰ ਕੀ ਕਰਦਾ ਹੈ। ਅਤੇ ਇਸ ਜਗ੍ਹਾ ਦੇ ਵਿੱਚ ਜਦ ਪਰਮੇਸ਼ਵਰ ਦੇ ਦਾਸ ਨੇ ਉਸ ਨੂੰ ਕਿਹਾ ਹੇ ਹਨਾਨੀਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ, ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਕੀ ਬੋਲਿਆ ਹੈ। ਕਹਿੰਦਾ ਜਦ ਤੱਕ ਉਹ ਭੂਮੀ ਤੇਰੀ ਸੀ, ਜਦ ਤੱਕ ਉਹ ਜ਼ਮੀਨ ਤੇਰੀ ਸੀ, ਕੀ ਉਹ ਤੇਰੀ ਨਾ ਰਹੀ, ਅਤੇ ਅਗਰ ਅੱਜ ਤੂੰ ਵੇਚ ਦਿੱਤੀ ਤਾਂ ਕਿਉਂ ਤੇਰੇ ਮਨ ਦੇ ਵਿੱਚ ਫਿਰ ਲਾਲਚ ਆਇਆ। ਮੇਰੇ ਜੀਜੋ ਉਹ ਆਪਣੀ ਕਮਿਟਮੈਂਟ ਦੇ ਅਧੀਨ ਨਹੀਂ ਰਿਹਾ, ਜੋ ਉਸਨੇ ਪਰਮੇਸ਼ਵਰ ਦੇ ਨਾਲ ਵਾਅਦਾ ਕੀਤਾ ਸੀ ਉਸ ਦੇ ਅਧੀਨ ਉਹ ਨਹੀਂ ਰਹੇ। ਉਹਨਾਂ ਨੇ ਪਰਮੇਸ਼ਵਰ ਦੀ ਸੰਗਤੀ ਦੇ ਵਿੱਚ ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਜਦ ਅਸੀਂ ਉੱਤੇ ਪੜ ਕੇ ਦੇਖਿਆ ਕਿ ਉਸਨੇ ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਵਾਅਦਾ ਕੀਤਾ ਸੀ, ਸੰਗਤੀ ਦੇ ਵਿੱਚ ਵਾਅਦਾ ਕੀਤਾ ਸੀ ਮੈਂ ਹਾਂ ਕਰਾਂਗੀ, ਹਾਂ ਮੈਂ ਇਹ ਕਰਾਂਗਾ, ਪਰ ਉਹਨਾਂ ਨੇ ਕੀ ਦੋਨਾਂ ਨੇ ਪਰਮੇਸ਼ਵਰ ਦੇ ਨਾਲ ਕੀ ਝੂਠ ਬੋਲਿਆ। ਲੋਭ ਆ ਗਿਆ, ਪਾਪ ਆ ਗਿਆ, ਜਿਸ ਪਾਪ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸ਼ੈਤਾਨ ਕੀ ਸਮਾ ਗਿਆ। ਆਤਮਿਕ ਅੱਖਾਂ ਕੀ ਬੰਦ ਹੋ ਗਈਆਂ, ਫਿਜ਼ੀਕਲ ਅੱਖਾਂ ਦੇ ਨਾਲ ਉਹਨਾਂ ਨੇ ਪੈਸੇ ਨੂੰ ਦੇਖਿਆ, ਪੂੰਜੀ ਨੂੰ ਦੇਖਿਆ, ਅਤੇ ਪਾਪ ਦੇ ਕਾਰਨ ਉਹਨਾਂ ਨੇ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਵੀ ਕੀ ਝੂਠ ਦਿੱਤਾ। ਅਤੇ ਪਤਰਸ ਕੀ ਕਹਿੰਦਾ ਪਤਰਸ ਪਰ ਉਸ ਨੂੰ ਕਹਿੰਦਾ ਹੈ ਹਨਾਨੀਆ ਤੂੰ ਪਰਮੇਸ਼ਵਰ ਦੇ ਨਾਲ ਪਵਿੱਤਰ ਆਤਮਾ ਦੇ ਨਾਲ ਝੂਠ ਕੀ ਬੋਲਿਆ। ਅੱਜ ਮੇਰੇ ਜੀਜੋ ਅਸੀਂ ਵੀ ਬਹੁਤ ਵਾਰ ਇਦਾਂ ਕਰਦੇ ਆ, ਅਸੀਂ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕੁਝ ਵਾਅਦੇ ਕਰਕੇ ਜਾਂਦੇ ਆ, ਕੁਝ ਇਹੋ ਜਿਹਾ ਸਮਰਪਣ ਅਸੀਂ ਪਰਮੇਸ਼ਵਰ ਦੇ ਨਾਲ ਕੀ ਕਰ ਲੈਂਦੇ ਆ, ਕੁਝ ਐਸੀ ਕਮਿਟਮੈਂਟ ਅਸੀਂ ਪ੍ਰਭੂ ਦੇ ਨਾਲ ਕਰਦੇ ਆ, ਪਰ ਜਦ ਉਹ ਕਮਿਟਮੈਂਟ ਨੂੰ ਅਸੀਂ ਪੂਰਿਆ ਨਹੀਂ ਕਰ ਪਾਉਂਦੇ, ਜਦ ਉਹਨਾਂ ਵਾਅਦਿਆਂ ਨੂੰ ਅਸੀਂ ਪੂਰਿਆ ਨਹੀਂ ਕਰ ਪਾਉਂਦੇ, ਤਾਂ ਫਿਰ ਅਸੀਂ ਕੀ ਔਰ ਬਹਾਨੇ ਲਗਾਉਣ ਕੀ ਲੱਗ ਪੈਂਦੇ ਆ, ਔਰ ਚੀਜ਼ਾਂ ਨੂੰ ਆਪਣੇ ਮਨ ਦੇ ਵਿੱਚ ਲਿਆ ਕੇ ਆਪਣੇ ਦਿਮਾਗ ਦੇ ਵਿਚਾਰਾਂ ਦੇ ਨਾਲ ਕੁਝ ਔਰ ਚੀਜ਼ਾਂ ਨੂੰ ਕੀ ਕਰਨ ਲੱਗ ਪੈਂਦੇ ਆ। ਇਹ ਹੋ ਗਿਆ, ਉਹ ਹੋ ਗਿਆ, ਇਹ ਹੋ ਗਿਆ, ਤੇ ਫਿਰ ਇਸ ਜਗ੍ਹਾ ਦੇ ਵਿੱਚ ਹਨਾਨੀਆ ਨੇ ਵੀ ਕੀ ਹੀ ਕੀਤਾ। ਵਚਨ ਵਿੱਚ ਕੀ ਲਿਖਿਆ, ਕਹਿੰਦਾ ਪਰਮੇਸ਼ਰ ਦਾ ਦਾਸ ਉਸ ਨੂੰ ਕਹਿੰਦਾ ਹੇ ਹਨਾਨੀਆ ਤੂੰ ਮੇਰੇ ਨਾਲ ਨਹੀਂ ਸਗੋਂ ਪਰਮੇਸ਼ਵਰ ਦੇ ਨਾਲ ਅਤੇ ਪਵਿੱਤਰ ਆਤਮਾ ਦੇ ਨਾਲ ਕੀ ਝੂਠ ਬੋਲਿਆ। ਅੱਗੇ ਇਸ 5 ਆਇਤ ਨੂੰ ਪੜ੍ਹੀਏ। ਹਨਾਨੀਆ ਇਹ ਗੱਲਾਂ ਸੁਣਦਿਆਂ ਸਾਰ ਡਿੱਗ ਪਿਆ ਅਤੇ ਉਹਨੇ ਪ੍ਰਾਣ ਛੱਡ ਦਿੱਤੇ, ਅਤੇ ਜਿੰਨਾ ਸੁਣਿਆ ਉਹਨਾਂ ਸਭਨਾਂ ਨੂੰ ਵੱਡਾ ਡਰ ਲੱਗਾ। ਹਾਂ ਇਸ ਜਗ੍ਹਾ ਦੇ ਵਿੱਚ ਫਿਰ ਹਨਾਨੀਆ ਨੇ ਕੀਤਾ, ਜਦੋਂ ਉਸਨੇ ਪਰਮੇਸ਼ਵਰ ਦੇ ਦਾਸ ਦੇ ਨਾਲ ਪਰਮੇਸ਼ਵਰ ਦੀ ਆਤਮਾ ਦੇ ਨਾਲ ਝੂਠ ਬੋਲਿਆ ਤਾਂ ਕੀ ਹੋਇਆ। ਵਚਨ ਵਿੱਚ ਲਿਖਿਆ ਹਨਾਨੀਆ ਉਸੇ ਸਮੇਂ ਕੀ ਡਿੱਗ ਪਿਆ ਅਤੇ ਉਸਨੇ ਆਪਣੇ ਪ੍ਰਾਣ ਨੂੰ ਕੀ ਛੱਡ ਦਿੱਤਾ, ਅਤੇ ਲੋਕਾਂ ਦੇ ਵਿੱਚ ਵੀ ਫਿਰ ਵੱਡਾ ਭੈ ਕੀ ਛਾ ਗਿਆ। ਮੇਰੇ ਜੀਜੋ ਅਗਰ ਅਸੀਂ ਵੀ ਪ੍ਰਭੂ ਦੇ ਘਰ ਦੇ ਵਿੱਚ ਆ ਕੇ
ਜੋ ਕੁਝ ਅਸੀਂ ਪ੍ਰਭੂ ਦੇ ਨਾਲ ਵਾਅਦੇ ਕਰਦੇ ਆ, ਅੱਜ ਅਸੀਂ ਪ੍ਰਭੂ ਦੇ ਨਾਲ ਵਾਅਦੇ ਕਰਦੇ ਆ, ਪਰ ਉਹਨਾਂ ਨੂੰ ਪੂਰਾ ਨਹੀਂ ਕਰ ਪਾਉਂਦੇ। ਬੇਸ਼ੱਕ ਮੌਤ ਤਾਂ ਨਹੀਂ, ਪਰ ਸਾਡੀ ਜ਼ਿੰਦਗੀਆਂ ਦੇ ਵਿੱਚ ਕੀ ਪਰੇਸ਼ਾਨੀਆਂ ਨੇ, ਸਾਡੀ ਜ਼ਿੰਦਗੀਆਂ ਦੇ ਵਿੱਚ ਬਿਮਾਰੀਆਂ ਨੇ, ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਕੋਈ ਇਲਾਜ ਨਹੀਂ। ਡਾਕਟਰਾਂ ਦੇ ਕੋਲ ਜਾਂਦੇ, ਡਾਕਟਰ ਕਹਿੰਦੇ ਇਹਨਾਂ ਦਾ ਕੋਈ ਇਲਾਜ ਨਹੀਂ ਹੈ, ਤੁਹਾਨੂੰ ਇਹ ਹੈ ਨਹੀਂ, ਪਰ ਸਾਨੂੰ ਪਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਹੈ। ਡਾਕਟਰ ਉਸ ਚੀਜ਼ ਦਾ ਇਲਾਜ ਨਹੀਂ ਕਰ ਪਾ ਰਹੇ। ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਉਹ ਸ਼ੈਤਾਨ ਵੱਲੋਂ ਲਗਾਈਆਂ ਗਈਆਂ ਕੀ ਬਿਮਾਰੀਆਂ ਨੇ। ਕਿਉਂ ਸ਼ੈਤਾਨ ਸਾਡੇ ਮਨਾਂ ਦੇ ਵਿੱਚ ਹੈ? ਕਿਉਂ ਅੰਧਕਾਰ ਸਾਡੀ ਜ਼ਿੰਦਗੀਆਂ ਦੇ ਵਿੱਚ ਉਹ ਬਿਮਾਰੀਆਂ ਨੂੰ ਲੈ ਕੇ ਆਇਆ? ਕਿਉਂਕਿ ਅਸੀਂ ਪ੍ਰਭੂ ਦੇ ਲੋਕਾਂ ਦੇ ਨਾਲ, ਪ੍ਰਭੂ ਦੇ ਨਾਲ ਕੀ ਝੂਠ ਬੋਲਦੇ ਆ, ਪ੍ਰਭੂ ਦੀ ਸੰਗਤੀ ਵਿੱਚ ਆ ਕੇ ਝੂਠ ਬੋਲਦੇ ਆ ਕਿ ਅਸੀਂ ਇਹ ਚੀਜ਼ਾਂ ਨੂੰ ਕਰਨਾ ਸੀ, ਅਸੀਂ ਇਹ ਪ੍ਰਭੂ ਦੇ ਘਰ ਵਿੱਚ ਆ ਕੇ ਪ੍ਰਭੂ ਮੈਂ ਤੇਰੇ ਲਈ ਇਹ ਕਰਾਂਗੀ ਉਹ ਕਰਾਂਗੀ, ਪਰ ਅਸੀਂ ਉਹਨਾਂ ਨੂੰ ਕਰ ਹੀ ਨਹੀਂ ਪਾਉਂਦੇ। ਫਿਰ ਅਸੀਂ ਦੂਜੀਆਂ ਗੱਲਾਂ ਅਲੱਗ-ਅਲੱਗ ਬਹਾਨੇ ਬਣਾ ਕੇ ਜਾਂ ਉਹ ਚੀਜ਼ਾਂ ਨੂੰ ਕਰਕੇ ਫਿਰ ਅਸੀਂ ਅੰਧਕਾਰ ਵਿੱਚ ਫਸ ਜਾਂਦੇ ਆ। ਇਸ ਲਈ ਹਨਾਨੀਆਂ ਨੇ ਝੂਠ ਬੋਲਿਆ। ਇਸ ਜਗ੍ਹਾ ਦੇ ਵਿੱਚ ਮੈਂ ਨਾਲ ਕੱਢੀਏ ਪਹਿਲਾਂ ਮੱਤੀ ਦੀ ਇੰਜੀਲ ਉਸ ਦਾ 16 ਅਧਿਆਇ ਉਸ ਦੀ 21 ਆਇਤ ਤੋਂ 23 ਆਇਤ ਤੱਕ ਪੜ੍ਹੀਏ। ਉਸ ਸਮੇਂ ਤੋਂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸਣ ਲੱਗਾ, ਭਾਈ ਮੈਨੂੰ ਜ਼ਰੂਰ ਹੈ ਜੋ ਜਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ। ਤਦ ਪਤਰਸ ਉਹਨੂੰ ਇੱਕ ਪਾਸੇ ਕੱਢ ਕੇ ਚਿੜਕਣ ਲੱਗਾ ਅਤੇ ਉਹਨੂੰ ਕਿਹਾ, ਪ੍ਰਭੂ ਜੀ ਪਰਮੇਸ਼ਰ ਇਹ ਨਾ ਕਹੇ, ਤੇਰੇ ਲਈ ਇਹ ਕਦੇ ਨਾ ਹੋਵੇਗਾ। ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੈਥੋਂ ਪਿੱਛੇ ਹਟ। ਹਾਂ, ਇਸ ਜਗ੍ਹਾ ਦੇ ਵਿੱਚ ਅਸੀਂ ਕੀ ਦੇਖਦੇ ਆ? ਪਤਰਸ ਦੇ ਬਾਰੇ ਵਿੱਚ ਕੀ ਪੜ੍ਹਦੇ ਆ? ਇਸ ਜਗ੍ਹਾ ਦੇ ਵਿੱਚ ਉਹੀ ਪਤਰਸ ਜੋ ਹਨਾਨੀਆਂ ਦੇ ਨਾਲ ਗੱਲ ਨੂੰ ਕੀ ਕਰ ਰਿਹਾ ਹੈ। ਅਤੇ ਥੋੜਾ ਪਿਛਲੇ ਚੈਪਟਰਸ ਦੇ ਵਿੱਚ ਅਸੀਂ ਜਾ ਕੇ ਪੜ੍ਹਦੇ ਆ, ਇਹੀ ਪਤਰਸ ਦੇ ਵਿੱਚ ਵੀ ਸ਼ੈਤਾਨ ਹੋ ਕੇ ਕੀ ਸਮਾਇਆ। ਬਹੁਤ ਵਾਰ ਅਸੀਂ ਇਹ ਕਹਿੰਦੇ ਆ ਕਿ ਅਸੀਂ ਮਸੀਹ ਨੂੰ ਜਾਣਨ ਵਾਲੇ ਕੀ ਲੋਕ ਆ, ਅਸੀਂ ਤਾਂ ਪ੍ਰਭੂ ਨੂੰ ਜਾਣਨ ਵਾਲੇ ਲੋਕ ਆ। ਸ਼ੈਤਾਨ ਸਾਡੇ ਵਿੱਚ ਦੀ ਹੋ ਕੇ ਸਮਾਈ ਨਹੀਂ ਸਕਦਾ। ਮੇਰੇ ਅਜ਼ੀਜ਼ੋ, ਬਹੁਤ ਵਾਰ ਕਿ ਉਹ ਸਾਨੂੰ ਕੀ ਵਰਤਾਂਦਾ ਹੈ, ਬਹੁਤ ਵਾਰ ਸਾਡੇ ਵਿੱਚ ਦੀ ਹੋ ਕੇ ਸਾਡੇ ਪਰਿਵਾਰ ਦੇ ਵਿੱਚ ਉਹ ਗਲਤ ਕੰਮਾਂ ਨੂੰ ਕੀ ਕਰਵਾ ਦੇਵੇਗਾ। ਸਾਡੇ ਵਿੱਚ ਦੀ ਹੋ ਕੇ ਸਾਡੇ ਪਰਿਵਾਰਾਂ ਦੇ ਵਿੱਚ, ਕਲੀਸਿਆ ਦੇ ਵਿੱਚ ਗਲਤ ਕੰਮਾਂ ਨੂੰ ਕੀ ਕਰਵਾ ਦੇਵੇਗਾ। ਇਸ ਜਗ੍ਹਾ ਦੇ ਵਿੱਚ ਪਤਰਸ ਜੋ ਪਰਮੇਸ਼ਵਰ ਦਾ ਚੇਲਾ ਸੀ, ਜੋ ਉਸ ਦੇ ਨਾਲ ਨਾਲ ਰਹਿੰਦਾ ਸੀ, ਯਿਸੂ ਮਸੀਹ ਇਸ ਜਗ੍ਹਾ ਦੇ ਵਿੱਚ ਕਹਿ ਰਹੇ ਨੇ, ਕਿਉਂਕਿ ਯਿਸੂ ਮਸੀਹ ਨੂੰ ਪਤਾ ਹੈ ਕਿ ਇਹ ਸਭ ਕੁਝ ਮੇਰੇ ਨਾਲ ਕੀ ਹੋਵੇਗਾ, ਮੈਂ ਫੜਵਾਇਆ ਜਾਵਾਂਗਾ, ਮੇਰੇ ਉੱਤੇ ਸਾਰੀਆਂ ਚੀਜ਼ਾਂ ਕੀ ਹੋਣਾ ਅਨਿਵਾर्य ਹੈ। ਕਿਉਂਕਿ ਸਭ ਕੁਝ ਪਹਿਲਾਂ ਹੀ ਪ੍ਰਭੂ ਦੇ ਨਬੀਆਂ ਨੇ ਬਹੁਤ ਦੇਰ ਪਹਿਲਾਂ ਹੀ ਕੀ ਕਿਹਾ ਹੋਇਆ ਸੀ ਕਿ ਮਨੁੱਖ ਦਾ ਪੁੱਤਰ ਆਵੇਗਾ, ਉਸ ਨੂੰ ਦੁੱਖ ਮਿਲੇਗਾ, ਉਹ ਮਾਰਿਆ ਜਾਵੇਗਾ, ਗਾੜਿਆ ਜਾਵੇਗਾ ਔਰ ਤੀਸਰੇ ਦਿਨ ਫਿਰ ਮੁਰਦਿਆਂ ਵਿੱਚੋਂ ਕੀ ਜੀ ਉੱਠੇਗਾ। ਅਤੇ ਜਦ ਯਿਸੂ ਮਸੀਹ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਯਰੂਸ਼ਲਮ ਦੇ ਵਿੱਚ ਕਹਿ ਰਹੇ ਸੀ, ਤਾਂ ਪਤਰਸ ਯਿਸੂ ਮਸੀਹ ਦੇ ਕੋਲ ਕੀ ਇਹ ਪਤਰਸ ਜਿਹੜਾ ਹਨਾਨੀਆਂ ਦੇ ਨਾਲ ਵਾਰਤਾਲਾਪ ਨੂੰ ਕੀ ਇਸ ਜਗ੍ਹਾ ਦੇ ਵਿੱਚ ਕਰ ਰਿਹਾ, ਉਹੀ ਪਤਰਸ ਉਸ ਜਗ੍ਹਾ ਦੇ ਵਿੱਚ ਯਿਸੂ ਮਸੀਹ ਨੂੰ ਆ ਕੇ ਕਹਿੰਦਾ, ਇਹ ਤਾਂ ਤੇਰੇ ਨਾਲ ਹੋ ਹੀ ਨਹੀਂ ਸਕਦਾ, ਇਹ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਕੀ ਬੋਲ ਰਿਹਾ। ਯਿਸੂ ਮਸੀਹ ਉਸ ਨੂੰ ਕੀ ਕਹਿੰਦੇ ਨੇ, ਹੇ ਸ਼ੈਤਾਨ ਮੇਰੇ ਤੋਂ ਦੂਰ ਕੀ ਹੋ ਜਾ, ਹੇ ਸ਼ੈਤਾਨ ਮੇਰੇ ਕੋਲੋਂ ਕੀ ਚੱਲਿਆ ਜਾ। ਬਹੁਤ ਵਾਰ ਮੇਰੇ ਅਜ਼ੀਜ਼ੋ, ਉਹ ਆਪਣੀਆਂ ਫਿਜ਼ੀਕਲ ਅੱਖਾਂ ਦੇ ਨਾਲ, ਆਪਣੇ ਫਿਜ਼ੀਕਲ ਈਅਰਸ ਦੇ ਨਾਲ ਕੀ ਇਸ ਨੂੰ ਸੁਣ ਰਿਹਾ ਸੀ। ਉਸਨੇ ਤਾਂ ਆਪਣੇ ਫਿਜ਼ੀਕਲ ਦੇ ਨਾਲ, ਫਿਜ਼ੀਕਲ ਆਈਜ਼ ਦੇ ਨਾਲ ਇਸ ਨੂੰ ਦੇਖਿਆ ਅਤੇ ਫਿਜ਼ੀਕਲ ਈਅਰਸ ਦੇ ਨਾਲ ਇਸ ਨੂੰ ਸੁਣਿਆ ਯਿਸੂ ਮਸੀਹ ਦੀਆਂ ਗੱਲਾਂ ਨੂੰ, ਪਰ ਉਸਨੇ ਆਤਮਿਕਤਾ ਦੇ ਵਿੱਚ ਹੋ ਕੇ ਇਸ ਨੂੰ ਜਾਣਿਆ ਹੀ ਨਹੀਂ ਸੀ ਕਿ ਯਿਸੂ ਮਸੀਹ ਕਿਹੜੀਆਂ ਗੱਲਾਂ ਨੂੰ ਬੋਲ ਰਹੇ ਨੇ, ਯਿਸੂ ਮਸੀਹ ਕੀ ਬੋਲ ਰਹੇ ਨੇ, ਯਿਸੂ ਮਸੀਹ ਦੇ ਕਹਿਣ ਤੋਂ ਭਾਵ ਕੀ ਹੈ। ਅਤੇ ਯਿਸੂ ਮਸੀਹ ਉਸ ਨੂੰ ਕੀ ਕਹਿੰਦੇ ਨੇ, ਹੇ ਸ਼ੈਤਾਨ ਮੇਰੇ ਤੋਂ ਕੀ ਦੂਰ ਚੱਲਿਆ ਜਾ। ਮੇਰੇ ਅਜ਼ੀਜ਼ੋ, ਅੱਜ ਅਸੀਂ ਵੀ ਆਪਣੀਆਂ ਆਤਮਿਕ ਅੱਖਾਂ ਨੂੰ ਪਰਮੇਸ਼ਰ ਨੂੰ ਕਹੀਏ, ਪ੍ਰਭੂ ਸਾਡੀਆਂ ਉਹ ਕੀ ਖੋਲ ਦੇ, ਤਾਂ ਜੋ ਪ੍ਰਭੂ ਸ਼ੈਤਾਨ ਸਾਡੇ ਮਨਾਂ ਵਿੱਚ ਨਾ ਸਮਾਵੇ। ਪ੍ਰਭੂ ਜੀ, ਮੈਂ ਉਸ ਸ਼ੈਤਾਨ ਅਤੇ ਅੰਧਕਾਰ ਦੀਆਂ ਚਲਾਕੀਆਂ ਨੂੰ ਪਰਖਣ ਵਾਲਾ ਪ੍ਰਭੂ, ਉਸ ਤੋਂ ਮੈਂ ਪ੍ਰਭੂ ਵਿਕਟਰੀ ਪਾਉਣ ਵਾਲਾ, ਇਸ ਤੋਂ ਪ੍ਰਭੂ ਮੈਂ ਜਿੱਤ ਪਾਉਣ ਵਾਲਾ ਕੀ ਬਣ ਜਾਵਾਂ। ਅਗਰ ਸਾਡੀਆਂ ਆਤਮਿਕ ਅੱਖਾਂ ਖੁੱਲੀਆਂ ਰਹਿਣਗੀਆਂ, ਫੇਰ ਹੀ ਅਸੀਂ ਅੰਧਕਾਰ ਅਤੇ ਸ਼ੈਤਾਨ ਦੇ ਕੰਮਾਂ ਦੇ ਉੱਤੇ ਜਿੱਤ ਕੀ ਪਾ ਸਕਦੇ ਹਾਂ। ਕਿਉਂਕਿ ਪਹਿਲਾ ਪਤਰਸ ਦਾ 5 ਅਧਿਆਇ ਉਸ ਦੀ 8 ਅਤੇ 9 ਆਇਤ ਨੂੰ ਪੜ੍ਹੀਏ। ਪਹਿਲਾ ਪਤਰਸ 5 ਅਧਿਆਇ ਸੁਚੇਤ ਹੋਵੋ, ਜਾਗਦੇ ਰਹੋ। ਹਾਂ, ਇਸ ਜਗ੍ਹਾ ਦੇ ਵਿੱਚ ਲਿਖਿਆ ਹੋਇਆ, ਸੁਚੇਤ ਹੋਵੋ, ਜਾਗਦੇ ਰਹੋ। ਅੱਗੇ, ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਹ ਵਾਂਗੂ ਭਾਲਦਾ ਫਿਰਦਾ ਹੈ, ਭਾਈ ਕਿਸ ਨੂੰ ਪਾੜ ਖਾਵਾਂ। ਹਾਂ, ਕਹਿੰਦਾ ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀਹ ਵਾਂਗੂ ਕੀ ਭਾਲਦਾ ਫਿਰਦਾ ਹੈ ਕਿ ਮੈਂ ਕਿਸ ਨੂੰ ਪਾੜ ਖਾਵਾਂ। ਮੇਰੇ ਅਜ਼ੀਜ਼ੋ, ਅਗਰ ਅੱਜ ਅਸੀਂ ਆਪਣੀਆਂ ਆਤਮਿਕ ਅੱਖਾਂ ਤੋਂ
परमेश्वर ਨੂੰ नहीं कहांगे प्रभु साडियां खोल दे, तां शैतान फिर साडी जिंदगी दे विच जरूर भी की समावेगा, क्योंकि फिर सानू पता नहीं चलेगा कि की सही है की गलत है। क्योंकि वचन विच लिखिया वो बुक दे शी वांगू की भालदा फिरदा है कि मैं किस नू पाड़ खावां। अज मेरे अजीजो उस तो बचना है। प्रभु ने कहना है प्रभु मेरी आत्मिक अखां नू खोल दे प्रभु, तां जो यीशु राजा मैं आत्मिक अखां दे राही उस अंधकार शैतान अते भले बुरे दी सियाण करने वाला की बन जावां, तां जो खुदाया मैं तेरे कम्मां विच की वादा जावां अते तेरे कोल बरकत नू की पावां। ना कि मैं हनानिया अते सफीरा वांग रहां जिन्हां ने प्रभु दे विरोध प्रभु दे नाल की झूठ बोलिया। हनानिया दा अंत होया अते जद सफीरा विच लिखिया थोड़े समय दे बाद वो भी परमेश्वर दे घर दे विच परमेश्वर दे लोकां दे सामने आउंदी है अते परमेश्वर दा दास उसनूं कहंदा है हे सफीरा की तुसी ओ खेत इन्ने नूं ही वेचिया है? वो भी कहंदी हां। अते परमेश्वर दा दास उसनूं की कहंदा है, कहंदा तुसी आत्मा दे नाल झूठ बोलन दा की एका कीता है? की तुसी प्रभु दे नाल झूठ बोलन दा एका कीता है? वचन विच लिखिया वो भी उसे टाइम उस जगह दे विच गिर गई अते उसने भी अपने प्राण नूं की छड्ड दित्ता। अज मेरे अजीजो असीं भी प्रभु नाल अगर इन्हां चीजां नूं कर रहे हां, अज हुण फिर असीं सोच लवांगे असीं प्रभु नाल किहड़ियां चीजां दे नाल झूठ की बोल रहे हैं, असीं की कर रहे हैं जो प्रभु दे नाल झूठ बोल रहे हैं। ऐतवार नूं चर्च विच तां आ रहे हैं, घर दे विच बंदगी तां करा रहे हैं, दुआ तां कर रहे हैं, फिर असीं किन्ना चीजां दे विच झूठ बोल रहे हैं। समा नहीं है ये वचन नूं जरूर अगले हफ्ते की मैं करांगा कि असीं प्रभु नाल किहड़ियां चीजां दा झूठ बोल रहे हैं, असीं प्रभु नूं किहड़ियां चीजां दे विच लुट रहे हैं, किहड़ियां चीजां दे विच असीं प्रभु दे नाल झूठ बोल रहे हैं, किहड़ियां चीजां दे नां विच असीं प्रभु दे नाल इह वायदा कीता सी कि प्रभु मैं इस वायदे नूं तेरे नाल कर दियां, पर असीं उन्हां चीजां नूं निभा नहीं पा रहे। जरूर प्रभु ने चाहे तां अगले एतवार नूं इस दे उत्ते वचन करांगा, इसलिए सारे अपने अखां नूं बंद करिए। इस समय से अपने अखां नूं बंद करिए इतिहास दे वचन दे थोड़ी देर मनन करिए कि प्रभु सचमुच खुदावंद खुदाया साडियां आत्मिक अखां नूं प्रभु जी खोल दिओ तां जो प्रभु मैं भले अते बुरे दी सियाण करने वाली बन जावां। प्रभु जी मैं हनानिया ते सफीरा वांगुर नहीं तां जो जिन्हां ने तुहाडे घर दे विच जाके तुहाडे नाल कमिटमेंट कीता, तुहाडे नाल वायदे नूं कीता, पर जद उन्होंने अपने फिजिकल आईज दे नाल एनी पूंजी नूं देखिया, एने पैसे नूं देखिया, उन्हां दे मनां दे विच की लोभ आ गया, जिस दे कारण उन्हां दियां आत्मिक अखां बंद हो गईयां अते प्रभु उन्होंने तुहाडे विरुद्ध अते तुहाडे लोकां दे विरुद्ध गुनाह कीता अते प्रभु जिन्हां दा अंत मौत होया। अज खुदावंद खुदा नूं कहिए प्रभु साडियां जिंदगियां विच ऐसा ना हो, प्रभु अगर है तां इन्हां चीजां नूं कढ दे। मेरे अजीजो हो सकदा इन्हां चीजां दे कारण ही असीं अज बीमारियां दा सामना कर रहे हां, हो सकदा अज इन्हां चीजां दे कारण ही असीं प्रभु दे विच वध नहीं पा रहे, हो सकदा अज इन्हां चीजां दे कारण ही साडे घरां दे विच संकट है, अज हो सकदा इन्हां चीजां दे कारण ही साडे दिलां दे विच साडे मनां दे विच चैन नहीं है, सुख नहीं है, कलेश है साडे परिवारां दे विच। अज प्रभु दे कोलों मंगीए प्रभु मैं सच्चाई दे नाल प्रभु नम्रता दे नाल अधीनगी नाल तेरे पीछे चलने वाली बन जावां जा बन जावां तू वाले परमेश्वर दे आत्मा दे नाल चुप। मेरे अजीजो आज ये समय आज प्रभु दे कहिए प्रभु साडी आत्मिक अखां नूं खोल दे प्रभु तां जो मैं भले अते बुरे दी सियाण करने वाली बन जावां, तां जो प्रभु मैं भले अते बुरे दा सियाण करने वाला प्रभु बन जावां, तां जो प्रभु मेरी जिंदगियां दे विचों मेरे परिवारां दे विचों प्रभु जी दुख बीमारियां तुसी दूर करो अते खुदावंद खुदाया तुसी अपनियां आशीषां नाल प्रभु साडी कलीसिया नूं साडे घरां नूं अते साडे प्रभु जी शरीरां नूं फलदार करो। प्रभु तुहाडा धन्नवाद करदे हां खुदावंद खुदाया सचमुच खुदाया इस वचन दे जरिए तुसी अपने लोकां नूं वड्डी बरकत देना प्रभु। ये वचन तुहाडी जिंदगी प्रभु तुहाडे लोकां दी जिंदगी विच फले फूले अते फलदार बनने पाए प्रभु जी तुहाडा धन्नवाद करदा प्रभु। तुहाडी दया प्रभु जी तुहाडा कृपा प्रभु अते तुहाडा प्रभु अनुग्रह तुहाडे लोकां दे उत्ते प्रभु जी बनिया रहे प्रभु। तुसी अपने लोकां दे प्रभु आत्मिक प्रभु जी अखां नूं खोलना, आत्मिक अंधेपन नूं दूर कर देना प्रभु। तेरा धन्नवाद करदे हां प्रभु जी तां जो प्रभु तेरे लोग प्रभु जी आत्मिक अखां दे विच प्रभु जागदे रहन प्रभु, ये खुल्लियां रहन तां जो प्रभु शैतान प्रभु जिन्हां नूं ट्रैप ना करने पाए, शैतान इन्हां नूं परमाणे ना पाए, तां जो प्रभु जिन्हां दी जिंदगी दे विच हर एक दुख बीमारी शैतान लै के ना आवे
प्रभु जी मेरी प्रार्थना है अते खुदावंद खुदाया होने पाए प्रभु तेरे लोग हमेशा अपनी आत्मा दे विच जागदे रहन अते अंधकार दे कम्मां दे उत्ते फतेह पा के प्रभु तुहाडे विच वाधे जाण खुदाया तेरा धन्नवाद करदे हां तुसीं अपने लोकां नूं वड्डी बरकत देना अपने लोकां नूं पाक हज़ूरी विच लै के आंदा प्रभु तेरा धन्नवाद करदे हां जिन्ने आए प्रभु जी तुसीं एक नूं प्रभु जी अपनी आत्मा द्वारा आशीषित कीता प्रभु साडा विश्वास है प्रभु जी जिन्हें बीमार है तुसीं चंगियां कीता प्रभु जी अगे प्रभु अज अपने घरां दे विच कोई दुखी बीमार लाचार है प्रभु तुसीं उन्हां नूं भी चंगियाई देना प्रभु जी होने पाए प्रभु ओ चंगियाई नूं पा के प्रभु जी अगले हफ्ते तेरे घर दे विच आके गवाही नूं लै के आने पाए प्रभु तेरा धन्नवाद करदे अगले हफ्ते दी पूरी मीटिंगां ने साथ ना अगला हफ्ता तुहाडे लोकां दे लई प्रभु जी एक आशीष दा हफ्ता बनने पाए तुसीं अपने लोकां दे अंग संग रहना प्रभु अपने लोकां ते दया करना कृपा करना अगे दे समय ने प्रभु आज दी इबादत नूं प्रभु तुहाडे तां विच सौंप दिंदा है प्रभु यीशु दे नाम दे विच मंगदे हां सुनो ग्रहण करो आमीन हालेलुया हालेलुया बेटे को प्रभु ने अपने तम चलाया प्रभु का बहुत धन्यवाद ते शुक्र करदा हां कि परमेश्वर साडे नाल के भी आया